ਭਾਰਤ ਨੂੰ ਇੰਡੀਆ ਕਿਹਾ ਜਾਂਦਾ ਤੇ ਇੰਡੀਆ ਨੂੰ ਭਾਰਤ ਕਿਹਾ ਜਾਂਦਾ, ਪਰ ਹੁਣ ਰੌਲਾ ਪੈ ਗਿਆ। ਰੌਲਾ ਇਸ ਕਰਕੇ ਪਿਆ, ਇੱਕ ਸੱਦਾ ਪੱਤਰ ਆਇਆ ਤੇ ਸੱਦਾ ਪੱਤਰ G20 ਨਾਲ ਸੰਬੰਧ ਰੱਖਦਾ ਤੇ ਡਿਨਰ ਦਾ ਇਨਵੀਟੇਸ਼ਨ ਹੈ ਤੇ ਉਸ ਇਨਵੀਟੇਸ਼ਨ ਤੇ ਸ਼ਬਦ ਜਿਹੜਾ ਲਿਖਿਆ ਉਹ ਇਹ ਲਿਖਿਆ ਦ ਪ੍ਰੈਜ਼ੀਡੈਂਟ ਆਫ ਭਾਰਤ। ਬਸ ਇਸੇ ਤੇ ਹੀ ਰੌਲਾ ਪੈ ਗਿਆ ਕਿ ਦ ਪ੍ਰੈਜ਼ੀਡੈਂਟ ਆਫ ਭਾਰਤ ਕਿਉਂ ਲਿਖਿਆ, ਪ੍ਰੈਜ਼ੀਡੈਂਟ ਆਫ ਇੰਡੀਆ क्यों नहीं लिखा गया। ये सवाल चुकने वाले कौन है, ये सवाल क्यों चुक्या क्या, सारे सवालों का जवाब लभन की कोशिश करांगे। भारत च इंडिया ते रौला क्यों? सियासी पारा खूब वधिया ते बयानबाजियां सुन ली। भारत बोलने पर, भारत लिखने पर आखिर क्या दिक्कत है कांग्रेस के नेताओं को? क्यों शर्म आती है आपको भारतीय कहने पर? भारत माता की जय कहने पर आपको कभी इतराज है? कभी आप वंदे मातरम गाने पर इतराज करते हो, कभी वंदे मातरम पर इतराज करते हो, कभी राष्ट्रवाद पर इतराज करते हो। और भारत शब्द कोई इस नया नहीं है। हटाने से, आपके विरोध करने से कुछ होने वाला नहीं है। और ये भारत संविधान संगत है, संविधान में इसमें स्पष्ट इस बात का जिक्र है। आज इंडिया अलायंस गठन होने के बाद उनके मन के अंदर एक नई नफरत जाग चुकी है। 2014 से 2023 तक उनको इंडिया शब्द से कोई तकलीफ नहीं थी, लेकिन जब से इंडिया अलायंस गठित हुआ है तभी से उनको तकलीफ और उनके ये बात हजम नहीं हो रही कि इंडिया अलायंस को लोगों ने स्वीकार किया है, सम्मान किया है और इसकी प्रशंसा की है। बता रहे हैं ऐसी उड़ती उड़ती हवा सुनी है। ऐसा क्यों किया जा रहा है? ऐसा कहा जा रहा है, इसलिए किया जा रहा है क्योंकि इंडिया नाम का कई सारी पार्टियों का एक अलायंस बना है जिसका नाम इंडिया है। तो अगर किसी पार्टियों का अलायंस इंडिया बन जाता है तो वो देश का नाम बदल देंगे। देश तो 140 करोड़ लोगों का है, किसी एक पार्टी का देश थोड़ी है। हमें नहीं पता था कि भाजपा वाले इतने कमजोर लोग हैं, इतनी जल्दी परेशान हो गए। अभी तो चंद हफ्ते हुए हैं इंडिया नाम के इस गठबंधन को बने हुए, और आप खिलवाड़ करना आपने शुरू कर दिया। इनविटेशन भेजे जा रहे हैं, रिपब्लिक ऑफ इंडिया की जगह रिपब्लिक ऑफ भारत। साहब, आर्टिकल 1 में बड़ा क्लियर पोजीशन है, इंडिया दैट इज भारत। और अगर आप हमसे डर करके, इस गठबंधन से डर करके, तो उसकी टैगलाइन पढ़ लीजिएगा। नीचे इंडिया के नीचे टैगलाइन है, जुड़ेगा भारत, जीतेगा इंडिया। क्या क्या ले लोगे? ਵੱਡਾ ਸਵਾਲ ਅਸੀਂ ਇਹ ਪੁੱਛ ਰਹੇ ਹਾਂ ਕਿ ਸੱਦਾ ਪੱਤਰ ਤੇ ਦਾ ਪ੍ਰੈਜ਼ੀਡੈਂਟ ਆਫ ਭਾਰਤ ਲਿਖਣ ਨਾਲ ਇੰਡੀਆ ਵਾਲੀ ਸਿਆਸਤ ਕਿਉਂ ਭੜਕੀ। ਇਸ ਸਵਾਲ ਤੇ ਬਹਿਸ ਹੋਗੀ। ਜਿਹੜਾ ਪਹਿਲਾਂ ਸਾਡੇ ਨਾਲ ਤਾਰਫ ਕਰਾ ਰਹੇ ਹਾਂ ਪ੍ਰੈਸ ਮਜੀਤ ਸਿੰਘ, ਪੋਲੀਟੀਕਲ ਐਨਲਿਸਟ ਨੇ। ਪ੍ਰੈਸ ਮਜੀਤ ਸਿੰਘ, ਤੁਹਾਡਾ ਬਹੁਤ ਸਵਾਗਤ ਹੈ। SR ਲੱਦੜ ਫਾਰਮਰ IAS ਨੇ, ਭਾਰਤੀ ਜਨਤਾ ਪਾਰਟੀ ਸਪੋਕਸਪਰਸਨ ਨੇ। ਮਿਸਟਰ ਲੱਦੜ, ਤੁਹਾਡਾ ਬਹੁਤ ਸਵਾਗਤ ਹੈ। ਜਗਤਾਰ ਸਿੰਘ ਸੰਘੇੜਾ, ਆਮ ਆਦਮੀ ਪਾਰਟੀ ਸਪੋਕਸਪਰਸਨ ਨੇ, ਚੇਅਰਮੈਨ ਇੰਪਰੂਵਮੈਂਟ ਟਰਸਟ ਜਲੰਧਰ। ਸੰਘੇੜਾ ਸਾਹਿਬ, ਤੁਹਾਡਾ ਬਹੁਤ ਸਵਾਗਤ ਹੈ। ਕਾਂਗਰਸ ਸਪੋਕਸਪਰਸਨ ਅੱਜ ਨਹੀਂ ਆਏ, ਜਦੋਂ ਆ ਜਾਣਗੇ ਸਵਾਗਤ ਵੀ ਕਰ ਦੇਵਾਂਗੇ। ਕਮਲਜੀਤ CPI ML ਦੇ ਨੁਮਾਇੰਦੇ ਨੇ। ਕਮਲਜੀਤ, ਤੁਹਾਡਾ ਬਹੁਤ ਸਵਾਗਤ ਹੈ। ਕਮਲਜੀਤ, ਸਭ ਤੋਂ ਪਹਿਲਾਂ ਤੁਹਾਡੇ ਤੋਂ ਮੈਂ ਆਗਾਜ਼ ਕਰਨਾ ਚਾਹੂੰਗਾ। ਕਮਲਜੀਤ, ਤੁਹਾਨੂੰ ਵੀ ਇਤਰਾਜ਼ ਹੈ ਵੀ ਇਹ ਸੱਦਾ ਪੱਤਰ ਦੇ ਵਿੱਚ ਦਾ ਪ੍ਰੈਜ਼ੀਡੈਂਟ ਆਫ ਭਾਰਤ ਕਿਉਂ ਲਿਖਤਾ? ਅੱਜ ਇਤਰਾਜ਼ ਹਰ ਉਸ ਵੈਲ ਮੀਨਿੰਗ ਪਰਸਨ ਨੂੰ ਹੈ ਜਿਹੜਾ ਇਸ ਗੱਲ ਨੂੰ ਵਾਚ ਕਰ ਰਿਹਾ ਹੈ ਕਿ ਭਾਰਤੀ ਜਨਤਾ ਪਾਰਟੀ 2024 ਦੀ ਚੋਣ ਨੂੰ ਨੇੜੇ ਦੇਖਦੇ ਆ ਕੀ ਤਬਦੀਲੀਆਂ ਜਿਹੜੀਆਂ ਨੇ ਕਰ ਰਹੀ ਹੈ। ਇਹ ਮਾਈਨਿਊਟ ਪੱਧਰ ਦੇ ਉੱਤੇ ਤਬਦੀਲੀਆਂ ਕਰਕੇ ਵੱਡੀ ਮੈਸੇਜਿੰਗ ਜਿਹੜੀ ਹੈਗੀ ਆ ਉਹ ਕਰਨੀ ਚਾਹ ਰਹੇ ਨੇ। ਔਰ ਸਭ ਤੋਂ ਵੱਡੀ ਜਿਹੜੀ ਇਹਨਾਂ ਦੀ ਬੌਖਲਾਹਟ ਹੈ ਉਹ ਇਸ ਗੱਲ ਵਾਸਤੇ ਹੈ ਕਿ ਜਿਹੜਾ ਉਹ ਅਲਾਇੰਸ ਬਣਿਆ ਇੰਡੀਆ, ਉਸ ਅਲਾਇੰਸ ਨੂੰ ਦੇਸ਼ ਦੇ ਵਿੱਚ ਇੱਕ ਰਾਹਤ ਦੀ ਇੱਕ ਕਿਰਨ ਵਜੋਂ ਦੇਖਿਆ ਜਾ ਰਿਹਾ ਹੈ ਤੇ ਉਸ ਗੱਲ ਤੋਂ ਇਹ ਬੁਖਲਾਏ ਹੋਏ ਨੇ। ਉਸ ਬੁਖਲਾਹਟ ਦੇ ਵਿੱਚੋਂ ਇਸ ਹੱਦ ਤੱਕ ਚਲੇ ਗਏ ਨੇ ਕਿ ਦੇਸ਼ ਦਾ ਨਾਮ ਹੀ ਚੇਂਜ ਕਰ ਦੇਣਗੇ। ਜਦਕਿ ਇੰਡੀਆ ਬਣਾ, ਤੁਸੀਂ ਜਿਵੇਂ ਦੇਖਿਆ ਆਪਾਂ ਗੱਲ ਕਰਕੇ ਹਟੇ ਹੁਣੇ ਕਨਸਟੀਟਿਊਸ਼ਨ ਦੀ ਆਰਟੀਕਲ ਦੀ ਫਸਟ ਦੀ, ਉਹਦੇ ਚ ਆਲਰੇਡੀ ਇੰਡੀਆ ਯਾਨੀ ਕਿ ਭਾਰਤ ਆਲਰੇਡੀ ਦਰਜ ਹੈ। ਕੋਈ ਜ਼ਰੂਰਤ ਨਹੀਂ ਹੈ ਇਸ ਗੱਲ ਨੂੰ ਸਪੈਸ਼ਲ ਇੰਡੀਆ ਦਾ ਨਾਮ ਥੋੜੀ ਬਦਲਤਾ ਉਹਨਾਂ ਨੇ। ਕਮਲ ਜੀ, ਜਿਹੜੀ ਟਿੱਪਣੀ ਤੁਸੀਂ ਕਰ ਰਹੇ ਹੋ, ਉਹਨਾਂ ਨੇ ਨਾਮ ਥੋੜੀ ਬਦਲਤਾ। ਮੈਂ ਬਿਲਕੁਲ ਇਹ ਕਹਿ ਰਿਹਾ ਕਿ ਉਹ ਆਪਣੇ ਮੈਸੇਜਿੰਗ ਦੇ ਵਿੱਚ ਇਹ ਚੇਂਜ ਕਰ ਰਹੇ ਨੇ। ਕੱਲ ਨੂੰ ਹਲੇ ਪਾਰਲੀਮੈਂਟ ਦਾ ਸਪੈਸ਼ਲ ਸੈਸ਼ਨ ਹਲੇ ਬੁਲਾਇਆ ਹੋਇਆ ਹੈ, ਕੋਈ ਪਤਾ ਨਹੀਂ ਇਹਨਾਂ ਨੇ ਕੀ ਚੇਂਜ ਕਰਨਾ ਉਸ ਦੇ ਵਿੱਚ। ਇਹਨਾਂ ਨੇ ਸੰਵਿਧਾਨ ਦੇ ਉੱਤੇ ਹਮਲੇ ਕਰਨੇ ਨੇ, ਇਹਨਾਂ ਨੇ ਦੇਸ਼ ਦੇ ਨਾਮ ਦੇ ਉੱਤੇ ਹਮਲੇ ਜਿਹੜੇ ਨੇ ਉਸ ਦੇ ਵਿੱਚ ਕਰ ਸਕਦੇ ਨੇ। ਉਸ ਦੀ ਮੈਸੇਜਿੰਗ ਜਿਹੜੀ ਹੈਗੀ ਹੈ ਪਹਿਲਾਂ ਤੋਂ ਸ਼ੁਰੂ ਕਰ ਰਹੇ ਨੇ। ਸੋ ਲਾਜ਼ਮੀ ਤੌਰ ਤੇ ਇਹਨਾਂ ਦੀਆਂ ਜਿਹੜੀਆਂ ਬਹੁਤ ਸਾਰੀਆਂ ਕੋਝੀਆਂ ਚਾਲਾਂ ਨੇ ਉਹਨਾਂ ਦੇ ਵਿੱਚੋਂ ਇੱਕ ਚਾਲ ਹੈ ਤੇ ਇਸ ਕਰਕੇ ਲਾਜ਼ਮੀ ਤੌਰ ਤੇ ਇਤਰਾਜ਼ ਹੋਣਾ ਬਣਦਾ ਹੀ ਹੈ। ਇਹਨਾਂ ਦੀ ਹਰ ਗਤੀਵਿਧੀ ਦੇ ਉੱਤੇ ਨਿਗਾਹ ਰੱਖਣੀ ਜ਼ਰੂਰੀ ਹੈ। ਠੀਕ ਹੈ, ਠੀਕ ਹੈ। ਵਾਪਸ ਆ ਜਗਤਾਰ ਸੰਘੇੜਾ, ਤੁਹਾਨੂੰ ਕਿਉਂ ਇਤਰਾਜ਼ ਹੈ? KP ਸਿੰਘ ਜੀ, ਸਪਸ਼ਟ ਤੌਰ ਤੇ
ਭਾਰਤੀ ਜਨਤਾ ਪਾਰਟੀ ਜਿਹੜਾ ਹੁਣ ਸੱਦਾ ਦਿੱਤਾ G20 ਦੇ ਵਿੱਚ, ਉਹ 'ਚ ਕੀ ਲਿਖਿਆ ਹੋਇਆ? ਇਹ ਸਪਸ਼ਟ ਤੌਰ ਤੇ ਸੰਕੇਤ ਹੈ ਕਿ ਇਹਨਾਂ ਨੂੰ ਬਾਬਾ ਸਾਹਿਬ ਅੰਬੇਦਕਰ ਸਾਹਿਬ ਦੇ ਲਿਖੇ ਹੋਏ ਸੰਵਿਧਾਨ ਨਾਲ ਨਫ਼ਰਤ ਹੈ। ਬਾਰ-ਬਾਰ ਸੰਵਿਧਾਨ 'ਚ ਤਬਦੀਲੀਆਂ ਕਰ ਰਹੇ ਆ। ਹੁਣ ਸੰਵਿਧਾਨ ਦੇ ਪਹਿਲੇ ਆਰਟੀਕਲ ਦੇ ਵਿੱਚ ਲਿਖਿਆ ਹੋਇਆ, ਜਿੱਦਾਂ ਪਹਿਲਾਂ ਵੀ ਗੱਲ ਹੋਈ ਹੈ, ਯੂਨੀਅਨ ਆਫ ਇੰਡੀਆ। ਇਹਦਾ ਮਤਲਬ ਆਰਟੀਕਲ ਪਹਿਲਾ ਨੰਬਰ 1 ਆਰਟੀਕਲ ਵੀ ਚੇਂਜ ਕਰ ਦੇਣਗੇ ਕਿ ਯੂਨੀਅਨ ਆਫ ਭਾਰਤ। ਉਧਰ ਨੂੰ ਸ਼ੁਰੂਆਤ ਹੋ ਗਈ ਹੈ। ਇਹ ਕਰੋੜਾਂ ਦਲਿਤ, ਕਰੋੜਾਂ ਪਛੜੀਆਂ ਸ਼੍ਰੇਣੀਆਂ ਜਿਹੜੇ ਘੱਟ ਡਿਵੈਲਪ ਹੋ ਸਕੇ ਆ ਡਿਊ ਟੂ ਡਿਸਕ੍ਰਿਮੀਨੇਸ਼ਨ ਇਨ ਦਾ ਸੋਸਾਇਟੀ ਵਿਦਆਊਟ ਐਨੀਥਿੰਗ, ਉਹਨਾਂ ਵਿੱਚੋਂ ਬਾਬਾ ਸਾਹਿਬ ਅੰਬੇਦਕਰ ਡਾਕਟਰ ਸਾਹਿਬ ਉਹਨਾਂ ਨੇ ਸੰਵਿਧਾਨ ਲਿਖਿਆ। ਇਹ RSS ਜਾਂ BJP ਵਾਲੇ ਇਹਨਾਂ ਦੇ ਜਿਹੜੀ ਵੀ ਫਿਲਾਸਫੀ ਇਹ ਕਰ ਰਹੇ ਆ ਨਫ਼ਰਤ ਦੀ ਰਾਜਨੀਤੀ ਦੀ, ਇਹਨਾਂ ਚੋਂ ਕਿਸੇ ਨੇ ਇੱਕ ਕਿਤਾਬ ਵੀ ਲਿਖੀ ਹੈ ਇੰਡੀਆ ਬਾਰੇ। ਇੰਡੀਆ ਦਾ ਸੰਵਿਧਾਨ ਲਿਖਿਆ ਬਾਬਾ ਸਾਹਿਬ ਨੇ, ਜਿਹੜੇ ਸੰਵਿਧਾਨ ਨੂੰ ਬਾਰ-ਬਾਰ ਇਹ ਬਦਲਣਾ ਚਾਹੁੰਦੇ ਆ ਜਸਟ ਇਸ ਕਰਕੇ ਕਿ ਇੰਡੀਆ ਨਾਮ ਦਾ ਸੰਗਠਨ ਸਾਹਮਣੇ ਆ ਰਿਹਾ, ਕੋਲੀਸ਼ਨ ਸਾਹਮਣੇ ਆ ਰਹੀ ਆ। ਸੰਘੇੜਾ ਸਾਹਿਬ, ਤੁਹਾਨੂੰ ਇਹ ਡਾਊਟ ਕਿਉਂ ਹੈ ਕਿ ਸੰਵਿਧਾਨ ਬਦਲਣਾ ਚਾਹੁੰਦੇ ਆ? ਇਹ ਸਪਸ਼ਟ ਤੌਰ ਤੇ ਦਿਸ ਰਿਹਾ ਆ। ਦਿੱਲੀ ਦੇ ਵਿੱਚ ਦਿੱਲੀ ਦੀ ਸਰਕਾਰ ਨੂੰ ਇਹ ਨਿਸ਼ਾਨਾ ਬਣਾ ਲਿਆ। ਸੁਪਰੀਮ ਕੋਰਟ ਨੇ ਕਹਿਤਾ ਕਿ ਨਹੀਂ, ਚੁਣੇ ਹੋਏ ਨੁਮਾਇੰਦੇ ਜਿਹੜੇ ਆ ਉਹਨਾਂ ਦੀ ਮੁੱਖ ਤੌਰ ਤੇ ਚੱਲੇਗੀ, ਨਾਮਜ਼ਦ ਨੁਮਾਇੰਦਾ ਥੋੜੀ ਸਾਰਿਆਂ ਤੇ ਰੂਲ ਕਰੀ ਜਾਏਗਾ। ਤੇ ਉਹਨੂੰ ਬਦਲ ਲਈ ਸੰਵਿਧਾਨ ਬਦਲਤਾ, ਨਵਾਂ ਕਾਨੂੰਨ ਲੈਣ ਦਾ। ਛੋਟੀ ਗੱਲ ਤੇ ਸੰਵਿਧਾਨ ਬਦਲ ਰਹੇ ਆ। ਇਹ ਸੰਵਿਧਾਨ ਬਦਲਣ ਵੱਲ ਨੂੰ ਹੀ ਸੰਕੇਤ ਹੈ। ਚਲੋ ਮੈਂ ਵਾਪਸ ਆ ਜਾਊਂਗਾ, ਕਿਸੇ ਵੀ ਨਾਮ ਤੇ ਜਿੱਤ ਰਿਹਾ ਹੈ। ਦੇਖੋ ਗੱਲ ਸੁਣੋ, ਇਹ ਰਿਜ਼ਰਵ ਬੈਂਕ ਆਫ ਇੰਡੀਆ ਦਾ ਨਾਮ ਵੀ ਬਦਲ ਦੇਣਗੇ। ਇਹ ਦੁਬਾਰਾ ਤੀਜੀ ਵਾਰੀ ਨੋਟਬੰਦੀ ਕਰਨਗੇ, ਜਿਹਦੇ ਉੱਪਰ ਲਿਖਿਆ ਹੈ ਰਿਜ਼ਰਵ ਬੈਂਕ ਆਫ ਇੰਡੀਆ, ਹਾਂਜੀ, ਉਹਦੇ ਉੱਪਰ ਗਵਰਨਮੈਂਟ ਆਫ ਇੰਡੀਆ ਵੀ ਲਿਖਿਆ ਹੋਇਆ। ਇਹ ਮਤਲਬ ਇੰਡੀਆ ਨਾਮ ਤੋਂ ਨਫ਼ਰਤ ਹੈ ਇਹਨਾਂ ਨੂੰ, ਕਿਉਂਕਿ ਸੰਵਿਧਾਨ ਦੇ ਵਿੱਚ ਲਿਖਿਆ ਹੋਇਆ ਯੂਨੀਅਨ ਆਫ ਇੰਡੀਆ। ਜੋ ਇਹ ਸਾਰੀਆਂ ਹੀ ਗੱਲਾਂ ਜਿਹੜੀਆਂ BJP ਦੀਆਂ ਇੱਧਰ ਨੂੰ ਜਾ ਰਹੀਆਂ ਕਿ ਸੰਵਿਧਾਨ ਠੀਕ ਹੈ ਸੰਘੇੜਾ ਸਾਹਿਬ, ਠੀਕ ਹੈ। ਲੇਟੈਸਟ ਬਟ ਨਾਟ ਦਾ ਲੀਸਟ KP ਸਿੰਘ ਜੀ, ਇੱਕ ਦੇਸ਼ ਇੱਕੋ ਵੇਲੇ ਚੁਣਾਵ ਹੋਏਗਾ, ਉਹਦੇ ਲਈ ਵੀ ਸੰਵਿਧਾਨ ਦੀ ਤਬਦੀਲੀ ਕਰਨੀ ਪੈਣੀ ਆ। ਚਲੋ ਮੈਂ ਵਾਪਸ ਆ ਜਾਊਂਗਾ ਸੰਘੇੜਾ ਸਾਹਿਬ, ਵਾਪਸ ਆ ਜਾਊਗਾ। ਸਹੀ ਕਿਹਾ ਹੈ ਇਸੇ ਮੰਚ ਤੋਂ ਹੁਣੇ ਹੀ ਸਾਡੇ ਕਮਲਜੀਤ ਵੀਰ ਨੇ ਕਿ ਅੱਗੇ ਸੈਸ਼ਨ ਬੁਲਾ ਰਹੇ ਆ, ਕੀ ਪਤਾ ਕੀ ਕਰਨਗੇ ਇਹ। ਚਲੋ ਸੰਘੇੜਾ ਸਾਹਿਬ, ਇੱਕ ਮਿੰਟ ਰੁਕ ਜਾਓ ਸੰਘੇੜਾ ਸਾਹਿਬ, ਵਾਪਸ ਆਏ ਨਾ ਸਰ ਤੁਹਾਡੇ ਕੋਲੇ, ਵਾਪਸ ਆਏ ਨਾ ਸਰ ਸੰਘੇੜਾ ਸਾਹਿਬ, ਇੱਕ ਮਿੰਟ ਰੁਕ ਜਾਓ ਪਲੀਜ਼, ਇੱਕ ਮਿੰਟ ਰੁਕ ਜਾਓ। ਲੱਦੜ ਸਾਹਿਬ, ਤੁਸੀਂ ਹਮੇਸ਼ਾ ਡਿਬੇਟ 'ਚ ਬੈਠਦਿਆਂ ਹੀ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਦਾ ਜ਼ਿਕਰ ਕਰਦੇ ਹੋ। ਆ ਪਹਿਲੀ ਲਾਈਨ ਲਿਖੀ ਹੋਈ ਹੈ, ਇੰਡੀਆ ਦੈਟ ਇਜ਼ ਭਾਰਤ ਸ਼ੈਲ ਬੀ ਏ ਯੂਨੀਅਨ ਆਫ ਸਟੇਟਸ। ਲੱਦੜ ਸਾਹਿਬ, ਆਮ ਆਦਮੀ ਪਾਰਟੀ ਕਹਿ ਰਹੀ ਹੈ ਤੁਸੀਂ ਸੰਵਿਧਾਨ ਬਦਲਣ ਲੱਗੇ ਹੋ ਤੇ ਸੰਕੇਤ ਹੈ ਇਹ। ਕਮਲਜੀਤ ਥਰਾ ਨੇ ਵੀ ਇਹੀ ਲਾਈਨ ਬੋਲੀ ਹੈ। देखो KP ਸਿੰਘ ਜੀ, ਆਪਣਾ ਪੰਜਾਬੀ ਦੀ ਕਹਾਵਤ ਹੈਗੀ ਆ, ਕੁੜੀ ਪੇਟ ਕਣਕ ਖੇਤ ਆ ਜਵਾਈਆ ਮੰਡੇ ਖਾ। ਕਿਹਨੇ ਕਿਹਾ ਹੈਗਾ ਕਿ ਸੰਵਿਧਾਨ ਬਦਲਣ ਲੱਗੇ? ਕੋਈ ਪਾਲਿਸੀ, ਕੋਈ ਅਨਾਉਂਸਮੈਂਟ, ਕੋਈ ਆਪਣਾ ਪ੍ਰਪੋਜ਼ਲ, ਕਿਸੇ ਆਪਣਾ ਜ਼ਿੰਮੇਵਾਰ ਵਿਅਕਤੀ ਦੇ ਨਾਂ ਤੋਂ ਇਹ ਗੱਲ ਆਈ ਹੈ? ਜੇ ਆਪਣਾ ਸੰਵਿਧਾਨ 'ਚ ਇਹ ਗੱਲ ਲਿਖੀ ਹੋਈ ਆ ਇੰਡੀਆ ਦੈਟ ਇਜ਼ ਭਾਰਤ, ਤਾਂ ਇਹਦਾ ਮਤਲਬ ਆਪਾਂ ਇੰਡੀਆ ਵੀ ਕਹਿ ਸਕਦੇ ਆ ਤੇ ਭਾਰਤ ਵੀ ਕਹਿ ਸਕਦੇ ਆ। ਜੇ ਇਹਨਾਂ ਨੇ ਰਿਜ਼ਰਵ ਬੈਂਕ ਆਫ ਇੰਡੀਆ ਦੀ ਗੱਲ ਕੀਤੀ ਹੈ ਤਾਂ ਭਾਰਤੀ ਸਟੇਟ ਬੈਂਕ ਵੀ ਹੈਗੀ ਹੈ। ਕਿਤੇ ਭਾਰਤ ਵਰਤਿਆ ਗਿਆ ਸ਼ਬਦ, ਕਿਤੇ ਇੰਡੀਆ ਵਰਤਿਆ ਗਿਆ। ਦੋਨੇ ਸ਼ਬਦ ਸਿਨੋਨਿਮਸ ਹੈ, ਇੱਕੋ ਜਿਹੇ ਹੈਗੇ ਆ। ਲੇਕਿਨ ਮੈਨੂੰ ਇਹ ਨਹੀਂ ਸਮਝ ਲੱਗਦੀ ਕਿ ਜਿਹੜੇ ਇਹਨਾਂ ਦੇ ਕੁਝ ਵਿਅਕਤੀਆਂ ਨੇ ਜਿਹੜੀ ਗੱਲਬਾਤ ਕੀਤੀ ਆ, ਉਹਨਾਂ ਦੇ ਵਿੱਚੋਂ ਜਿਹੜੀ ਤੁਸੀਂ ਸੁਣਾਈ ਆ ਗੱਲ, ਉਹਦੇ ਵਿੱਚ ਆਪਣਾ ਬੜਾ ਹੈਰਾਨੀ ਹੁੰਦੀ ਆ। ਕਹਿੰਦੇ ਜੀ ਅਸੀਂ ਇੰਡੀਆ ਅਲਾਈਅੰਸ ਬਣਾ ਲਿਆ। ਇੰਡੀਆ ਅਲਾਈਅੰਸ ਤਾਂ ਕਿੱਥੇ ਆ? ਇੰਡੀ ਅਲਾਈਅੰਸ ਹੈ, INDI, ਅੱਗੇ ਅਲਾਈਅੰਸ ਹੈ ਇੰਡੀ ਅਲਾਈਅੰਸ। ਜਾਂ ਉਹਨੂੰ INDIA ਕਹੋ ਤੇ ਜਾਂ ਉਹਨੂੰ ਇੰਡੀ ਅਲਾਈਅੰਸ ਕਹੋ। ਇਹ ਤਾਂ ਬੋਲਦੇ ਹੀ ਗਲਤ ਹੈਗੇ ਆ, ਇਹਨਾਂ ਨੂੰ ਕੋਈ ਸਮਝ ਨਹੀਂ ਹੈਗੀ ਕਿ ਕਹਿ ਕੀ ਰਹੇ ਹੈਗੇ ਆ। ਇਸ ਕਰਕੇ ਆਪਣਾ ਇਹਨਾਂ ਦੀਆਂ ਗੱਲਾਂ ਦੇ ਉੱਤੇ ਡਿਬੇਟ ਕਰਨ ਦਾ ਕੋਈ ਫਾਇਦਾ ਨਹੀਂ ਹੈ। ਇਟ ਇਜ਼ ਅ ਵੇਸਟੇਜ ਆਫ ਟਾਈਮ। ਇਸ ਕਰਕੇ ਆਪਣਾ ਕੋਈ ਦੇਖੋ ਗੱਲ ਇਹ, ਚਲੋ ਫਿਰ ਆਪਾਂ ब्रेक ले लिए सर, ब्रेक ले लिए, थोड़ा टाइम तो बचा लिए ਆਪਾਂ। मैं ब्रेक ले लेना है, ਮੈਨੂੰ ਆਪਣਾ ਥੋੜਾ ਜਿਹਾ 1 ਮਿੰਟ ਹੋਰ ਦਿਓ ब्रेक ਤੋਂ ਬਾਅਦ। मैं ठीक है दे दूंगा सर ਤੁਹਾਨੂੰ। ब्रेक ਤੋਂ ਬਾਅਦ ਵਾਪਸ ਆ ਰਹੇ ਹਾਂ, ਸਵਾਲ ਹੈ ਜਿਹੜੇ ਉਹ ਪੁੱਛਾਂਗੇ ਜ਼ਰੂਰ। ब्रेक तो बाद एक बार फिर ਤੁਹਾਡਾ ਸਵਾਗਤ ਕਰਦੇ ਹਾਂ ਤੇ ਵੱਡਾ ਸਵਾਲ ਅਸੀਂ ਇਹ ਪੁੱਛ ਰਹੇ ਹਾਂ, ਸੱਦਾ ਪੱਤਰ ਤੇ ਦਾ ਪ੍ਰੈਜ਼ੀਡੈਂਟ ਆਫ ਭਾਰਤ ਲਿਖਣਾ ਇੰਡੀਆ ਵਾਲੀ ਸਿਆਸਤ ਕਿਉਂ ਭੜਕੀ। ਹਾਂਜੀ ਲੱਦੜ ਸਾਹਿਬ, ਆਪਣੀ ਗੱਲ ਪੂਰੀ ਕਰ ਸਕਦੇ ਹੋ ਤੁਸੀਂ। ਹਾਂਜੀ KP ਜੀ, ਜੇ ਆਪਣਾ ਪ੍ਰੈਜ਼ੀਡੈਂਟ ਆਫ ਭਾਰਤ ਜਾਂ ਪ੍ਰੈਜ਼ੀਡੈਂਟ ਆਫ ਇੰਡੀਆ ਲਿਖਿਆ ਹੁੰਦਾ ਫਿਰ ਇਹਨਾਂ ਨੂੰ ਕੋਈ ਇਤਰਾਜ਼ ਨਹੀਂ ਸੀਗਾ।
ਤੇ ਜੇ ਭਾਰਤ ਹੈ ਸੰਵਿਧਾਨ ਦੇ ਮੁਤਾਬਕ ਹੈ, ਆਪਣਾ ਓਰੀਜਨਲ ਨਾਂ ਹੈਗਾ ਭਾਰਤ ਦਾ ਜਿਹੜਾ ਦੇਸ਼ ਹੈ ਸਾਡਾ, ਇੰਡੀਆ ਨਾਂ ਤਾਂ ਬ੍ਰਿਟੇਨ ਨੇ ਦਿੱਤਾ ਸੀ ਸਾਨੂੰ, ਈਸਟ ਇੰਡੀਆ ਕੰਪਨੀ ਨੇ ਦਿੱਤਾ ਸੀਗਾ। ਇਹਨਾਂ ਨੂੰ ਗੋਰਾ ਰੰਗ ਪਸੰਦ ਹੈ, ਗੋਰੇ ਲੋਕ ਪਸੰਦ ਹੈ, ਗੋਰਿਆਂ ਦੀ ਭਾਸ਼ਾ ਪਸੰਦ ਹੈ। ਇਹ ਆਪਣੇ ਗੋਰੇ ਲੋਕੀ ਸਾਡੇ ਤੇ ਹਕੂਮਤ ਕਰਨ, ਉਹ ਇਹਨਾਂ ਨੂੰ ਪਸੰਦ ਹੈਗੇ ਆ। ਸਰ ਲੱਦੜ ਸਾਹਿਬ ਸੁਪਰੀਮ ਕੋਰਟ ਵਿੱਚ ਵੀ ਪਟੀਸ਼ਨ ਪਈ ਸੀ, ਸੁਪਰੀਮ ਕੋਰਟ ਨੇ ਵੀ ਇਹ ਖਾਰਿਜ ਕੀਤੀ ਸੀ ਪਟੀਸ਼ਨ, ਤੇ ਸੁਪਰੀਮ ਕੋਰਟ ਨੇ ਇਹ ਕਿਹਾ ਸੀਗਾ ਵੀ ਗੋਰੇ ਆ ਇਸ ਕਰਕੇ ਨਹੀਂ ਇਹ ਪਟੀਸ਼ਨ ਹੈ ਜਿਹੜੀ ਉਹ ਮਨਜ਼ੂਰ ਕੀਤੀ ਜਾ ਸਕਦੀ ਹੈ। ਸਰ ਕੀ ਉਹ ਕਿਹੋ ਜਿਹੀ ਦਲੀਲ ਹੈ ਸਰ ਇਹ? अपना देखो केपी जी, सुप्रीम कोर्ट ने जो वर्डिक्ट दी है, जो उन्होंने अपना ऑर्डर दिता है, वो सुप्रीम कोर्ट के मानयोग जजां दी विजडम है। मैं जो गल कर रहा, मैं एक लॉजिक नाल गल कर रहा कि असी भारत शब्द नूं नफरत क्यों करते हैं, पहली गल। दूजी गल, जदों संविधान कहंदा भारत जां इंडिया, भारत दैट इज इंडिया, ਅਸੀਂ ਸੰਵਿਧਾਨ ਹੀ ਭਾਰਤ ਦੇ ਲੋਕਾਂ ਨੇ ਆਪਣੇ ਆਪ ਨੂੰ ਲੱਦੜ ਸਾਹਿਬ ਕਿਹੜੀ ਸਟੇਟਮੈਂਟ ਦੇ ਵਿੱਚ ਆਇਆ ਕਿ ਭਾਰਤ ਨੂੰ ਨਫ਼ਰਤ ਕਰਦੇ ਆ? ਕੋਈ ਵੀ ਲੋਕ ਕਰਦਾ ਸਰ, ਕਿਸੇ ਸਟੇਟਮੈਂਟ ਆਈ ਹੈ ਸਰ? ਡਿਬੇਟ ਕਿਉਂ ਕਰ ਰਹੇ ਆਪਾਂ? ਸਰ ਨਹੀਂ, ਕਿਸੇ ਸਟੇਟਮੈਂਟ ਦੱਸੋ ਸਰ ਜਿਹਨੇ ਭਾਰਤ ਨੂੰ ਨਫ਼ਰਤ ਕੀਤੀ ਹੋਵੇ ਸਰ, ਉਹ ਬੰਦੇ ਨਾਮ ਦਿਓ ਸਰ। ਮੈਂ ਪੁੱਛ ਰਿਹਾ ਡਿਬੇਟ ਕਿਉਂ ਕਰ ਰਹੇ ਆ ਫਿਰ? ਸਰ ਮੈਂ ਇਹੀ ਤਾਂ ਪੁੱਛ ਰਿਹਾ ਨਾ ਸਰ, ਤੁਸੀਂ ਨਾਮ ਦੱਸ ਦਿਓ ਸਰ, ਭਾਰਤ ਨਾਮ ਨਾਲ ਨਫ਼ਰਤ ਕਿਹਨੇ ਕੀਤੀ ਹੈ ਸਰ? ਆ ਜਿਹੜੇ ਸਾਡੇ ਸਪੀਕਰ ਬੈਠੇ ਇਹਨਾਂ ਨੇ। ਲੱਦੜ ਸਾਹਿਬ ਮੈਂ ਪੁੱਛ ਲਵਾਂ ਸੰਵਿਧਾਨ ਨਾਲ ਨਫ਼ਰਤ ਕੀਤੀ ਆ ਬੀਜੇਪੀ ਨੇ। ਨਹੀਂ ਭਾਰਤ, ਅਸੀਂ ਤਾਂ ਭਾਰਤ ਦਾ ਸ਼ਬਦ ਪ੍ਰੈਜ਼ੀਡੈਂਟ ਆਫ ਇੰਡੀਆ ਨੇ ਵਰਤਿਆ, ਉਹਦੇ ਚ ਨਫ਼ਰਤ ਕਿੱਥੇ ਹੈ? ਲੱਦੜ ਸਾਹਿਬ ਜਦੋਂ ਜਿੱਥੇ ਇੰਡੀਆ ਨਾ ਉੱਥੇ ਵੀ ਆਪਾਂ ਭਾਰਤ ਪਾ ਰਹੇ, ਜਿੱਥੇ ਭਾਰਤ ਨਾ ਉੱਥੇ ਵੀ ਭਾਰਤ ਪਾ ਰਹੇ ਆ। ਭਾਰਤ ਨਾਲ ਸੰਗੜਾ ਸਾਹਿਬ ਜੇ ਭਾਰਤ ਲਿਖਤਾ, ਸੰਗੜਾ ਸਾਹਿਬ ਜੇ ਭਾਰਤ ਲਿਖਤਾ, ਇੱਕ ਮਿੰਟ ਲੱਦੜ ਸਾਹਿਬ ਇੱਕ ਮਿੰਟ, ਸੰਗੜਾ ਸਾਹਿਬ केपी जी, ਹਾਂਜੀ ਭਾਰਤ ਸ਼ਬਦ ਨਾਲ ਲਿਖਣ ਨਾਲ ਇਤਰਾਜ਼ ਕੀ ਹੈ, ਮੈਨੂੰ ਇਹ ਸਮਝਾਓ। ਚਲੋ ਮੈਂ ਪੁੱਛਦਾ ਸਿੰਘ ਜੀ, ਹਾਂ ਮੈਂ ਦੱਸਦਾ। ਤੁਸੀਂ ਲੱਦੜ ਸਾਹਿਬ ਹੁਣੇ ਹੀ ਕਿਹਾ ਨਾ, ਤੁਸੀਂ ਹੁਣੇ ਹੀ ਕਿਹਾ ਨਾ, ਭਾਰਤੀ ਸਟੇਟ ਬੈਂਕ ਤੇ ਸਟੇਟ ਬੈਂਕ ਆਫ ਇੰਡੀਆ, ਜੇ ਆਪਾਂ ਇਹਨਾਂ ਦੋਨਾਂ ਲਫ਼ਜ਼ਾਂ ਨੂੰ ਇਦਾਂ ਬਣਾ ਦਈਏ, ਭਾਰਤੀ ਸਟੇਟ ਬੈਂਕ ਤੇ ਸਟੇਟ ਬੈਂਕ ਆਫ ਭਾਰਤ, ਇਹਦਾ ਮਤਲਬ ਇੰਡੀਆ ਨੂੰ ਅਸੀਂ ਉਡਾ ਰਹੇ ਹਾਂ। ਇੰਡੀਆ ਨੂੰ ਜੇ ਉਡਾਉਣਾ ਹੈ ਅਸੀਂ, ਤੇ ਇੰਡੀਆ ਨੂੰ ਸੰਵਿਧਾਨ ਚੋਂ ਵੀ ਉਡਾਉਣਾ ਪਏਗਾ, ਯੂਨੀਅਨ ਆਫ ਇੰਡੀਆ ਸਟੇਟ। ਚਲੋ ਇੱਕ ਉੱਥੋਂ ਸ਼ੁਰੂ ਹੋਈ ਆ। प्रेसिडेंट भारत के प्रेसिडेंट ठीक है, प्रेसिडेंट ऑफ इंडिया की जगह पर भारत क्यों लिखा भाई साहब? चलो संगड़ा साहब रुक जाओ, संगड़ा साहब प्रसमजीत सिंह टकरा है किस चीज़ का? ਲੱਦੜ ਸਾਹਿਬ ਪੁੱਛੀ ਜਾਂਦੇ ਆਪਾਂ ਡਿਬੇਟ ਰੱਖੀ ਕਿਉਂ ਆ ਫਿਰ, ਜੇ ਕੋਈ ਨਫ਼ਰਤ ਨਹੀਂ ਕਰਦਾ ਤਾਂ? ਮੈਨੂੰ ਲੱਗਦਾ ਇੰਗਲਿਸ਼ ਵਾਲਾ ਚੱਕਰ ਪੈ ਗਿਆ ਵੀ ਪ੍ਰੈਜ਼ੀਡੈਂਟ ਆਫ ਇੰਡੀਆ ਹੀ ਲਿਖਿਆ ਸੋਹਣਾ ਲੱਗਦਾ, ਇਹ ਚੱਕਰ ਤਾਂ ਨਹੀਂ ਪੈ ਗਿਆ ਪ੍ਰਸਮਜੀਤ ਸਿੰਘ? ਨਹੀਂ ਨਫ਼ਰਤ ਕੋਈ ਨਹੀਂ ਹੈ। ਬੀਜੇਪੀ ਜਿਹੜੀ ਹੈ ਨਾ ਇੱਕ ਕੰਪਲੈਕਸ ਵਿੱਚ ਜੀਂਦੀ ਹੈ। ਉਹਨਾਂ ਦੇ ਮਨ ਵਿੱਚ ਪਤਾ ਨਹੀਂ ਕਿੱਥੋਂ ਦੇ ਡਰ ਭੌ ਪੁਰਾਣੇ ਭੂਤ ਉਹਨਾਂ ਨੂੰ ਸਤਾਉਂਦੇ ਰਹਿੰਦੇ ਆ। ਕਦੀ ਸਟੇਸ਼ਨਾਂ ਦੇ ਨਾਮ ਬਦਲਦੇ ਆ, ਕਦੀ ਗਲੀਆਂ ਦੇ ਨਾਮ ਬਦਲਦੇ ਆ, ਕਦੀ तीन मूर्ति लाइब्रेरी का नेहरू मैमोरीअल म्यूजियम का नाम रख दिता, प्राइम मिनिस्टर ने डरे पता नहीं कदी किसी के पिछे पै जाते हिस्से हुए, कदी किसी दे। इस तरीके दे नाल तुसी लोकां दे दिलां दे विच नहीं वस सकते सिर्फ नाम बदलने। इतिहास बदलना शुरू कर दिता, किड्डी माड़ी गल है। दलितां दा इतिहास नूं बदल दिता। हुण ਲੱਦੜ जी हुणां ने पता नहीं किहड़ी गोली खा ली है, इन्हां ने ऐनकी कुछ होर ला ली या नहीं, ਕਿ ਉਹਨਾਂ ਗੱਲਾਂ ਨੂੰ ਇਹ ਪਿੱਛਾ ਆਪਣੇ ਇਹਨੂੰ ਛੱਡ ਦੇਣਾ ਚਾਹੁੰਦੀ ਹੈ। ਹੁਣ ਅਸੀਂ ਕੀ ਕਰ ਸਕਦੇ ਹਾਂ? ਪਰ ਇਹ ਗੱਲ ਤੇ ਇੱਕ ਫੈਕਟ ਆ ਕਿ ਉਹਨਾਂ ਨੇ ਜੋ ਦਲਿਤਾਂ ਦੇ ਨਾਲ ਹੋਇਆ ਉਹ ਵੀ ਬਦਲੀ ਤੁਰੇ ਜਾਂਦੇ ਆ। ਮੇਰਾ ਇਹੀ ਗੱਲ ਹੈ ਜਿਹੜੀ ਸੰਘੇੜਾ ਜੀ ਵੀ ਕਹਿ ਰਹੇ ਆ ਕਿ ਬੜਾ ਫੰਨੀ ਲੱਗ ਰਿਹਾ ਕਿ ਪ੍ਰੈਜ਼ੀਡੈਂਟ ਆਫ ਭਾਰਤ ਜਾਂ ਤੇ ਪ੍ਰੈਜ਼ੀਡੈਂਟ ਆਫ ਇੰਡੀਆ ਕਹੋ ਜਾਂ ਭਾਰਤ ਦਾ ਰਾਸ਼ਟਰਪਤੀ ਕਹੋ। ਇਹ ਕੀ ਹੋਇਆ ਵੀ ਅੱਧਾ ਤੁਸੀਂ ਅੰਗਰੇਜ਼ੀ ਚ ਪਾ ਲਿਆ, ਅੱਧਾ ਤੁਸੀਂ ਭਾਰਤ ਕਰ ਦਿੱਤਾ। ਇਹ ਤੇ ਤਮਾਸ਼ਾ ਆਪਣਾ ਫੂਲ ਬਣਾਉਣ ਵਾਲੀ ਗੱਲ ਆ। ਜੇ ਤੇ ਤੁਸੀਂ ਦੋਵੇਂ ਹੈਗਾ ਨਾ ਰਾਸ਼ਟਰਪਤੀ ਆ, ਭਾਰਤ ਕੇ ਰਾਸ਼ਟਰਪਤੀ ਲਿਖੋ, ਦਿਓ ਇਨਵੀਟੇਸ਼ਨ, ਕਿਸੇ ਨੂੰ ਕੋਈ ਦਿੱਕਤ ਨਹੀਂ ਆ। ਹਿੰਦੀ ਚ ਦਿਓ, ਸੰਸਕ੍ਰਿਤ ਚ ਦਿਓ, ਪੰਜਾਬੀ ਚ ਦਿਓ, ਜਿਹੜੀ ਮਰਜ਼ੀ ਤਾਮਿਲ ਭਾਸ਼ਾ ਚ ਦਿਓ, ਕੋਈ ਕਿਸੇ ਨੂੰ ਦਿੱਕਤ ਨਹੀਂ। ਤੁਸੀਂ ਅੱਧਾ ਤੇ ਪ੍ਰੈਜ਼ੀਡੈਂਟ ਪਾਤਾ ਅੰਗਰੇਜ਼ੀ ਚ, ਆਫ ਪਾਤਾ ਅੰਗਰੇਜ਼ੀ ਚ, ਅੱਗੇ ਪਾਤਾ ਭਾਰਤ। ਉੱਥੇ ਜਿਹੜਾ ਸੰਵਿਧਾਨ ਚ ਲਿਖਿਆ ਇੰਡੀਆ ਦੈਟ ਇਜ਼ ਭਾਰਤ, ਵੀ ਕਿਸੇ ਨੂੰ ਕਲੀਅਰ ਨਾ ਹੋਏ ਵੀ ਅਸੀਂ ਦੋਹਾਂ ਨੂੰ ਹੀ ਪਿਆਰ ਕਰਦੇ ਆ। ਇੰਡੀਆ ਅੰਗਰੇਜ਼ੀ ਚ ਕਹਿੰਦੇ ਆ, ਭਾਰਤ ਅਸੀਂ ਆਪਣੀ ਸੰਸਕ੍ਰਿਤ ਪੁਰਾਣੇ ਭਾਸ਼ਾ। ਪ੍ਰਸਮਜੀਤ ਸਿੰਘ ਆਪਾਂ ਥੋੜਾ ਸਮਝ ਕੇ ਚੱਲੀਏ। ਭਾਰਤ ਸ਼ਬਦ ਇੰਗਲਿਸ਼ ਲਿਖਿਆ ਸੋਹਣਾ ਨਹੀਂ ਲੱਗਦਾ? ਨਹੀਂ ਕੋਈ ਦਿੱਕਤ ਨਹੀਂ ਹੈਗੀ ਭਾਰਤ। ਪਰ ਹੁਣ ਗੱਲ ਇਹ ਹੈ ਨਾ
ਤੁਸੀਂ ਪਹਿਲਾ ਸ਼ਬਦ ਪ੍ਰੈਜ਼ੀਡੈਂਟ ਕੀ ਆ ਵੀ? ਉਹ ਅੰਗਰੇਜ਼ੀ ਦਾ ਨਹੀਂ ਸ਼ਬਦ ਹੈ। ਹਾਂ ਆਫ ਵੀ ਮੈਂ ਕਲੀਅਰ ਕਰ ਦਵਾਂ ਆ ਰਹੇ ਲੱਦਰ ਸਾਹਿਬ, ਇੱਕ ਮਿੰਟ ਹੋ ਜਾਓ, ਲੱਦਰ ਸਾਹਿਬ ਇੱਕ ਮਿੰਟ ਹੋ ਜਾਓ, ਲੱਦਰ ਸਾਹਿਬ ਵੈਸੇ ਹੀ ਆਏ ਜਿਸ ਤਰ੍ਹਾਂ ਕੋਈ ਇੱਕ ਸਿਰ ਤੇ ਕਿਸੇ ਦਾ ਬੌਲਦ ਲਾਵੇ, ਪਿੱਛੇ ਤੁਸੀਂ ਝੋਟੇ ਦੀ ਪੂਛ ਲਾ ਦਿਓ, ਇਹ ਕਿਹੋ ਜਿਹਾ ਲੱਗੂਗਾ? ਜਾਂ ਘੋੜੇ ਦੀ ਪੂਛ ਲਾ ਦਿਓ, ਇਹ ਨਹੀਂ ਠੀਕ ਲੱਗਦਾ। ਤੁਸੀਂ ਜੁਰਤ ਨਾਲ ਜੋ ਕਰਨਾ ਕਰੋ। ਸਾਨੂੰ ਭਾਰਤ ਨਾਲ ਤੁਹਾਡੇ ਨਾਲੋਂ ਵੱਧ ਪਿਆਰ ਆ, ਕੋਈ ਗੱਲ ਨਹੀਂ ਹੈ। ਭਾਰਤ ਵਰਸ਼ ਆ, ਭਾਰਤ ਹੈ, ਭਾਰਤਾ ਆ, ਕਿੰਨਾ ਕੁਝ ਇਹਦੇ ਨਾਂ ਹੈਗੇ ਆ, ਪੁਰਾਣਿਕ ਨਾਂ, ਸੰਸਕ੍ਰਿਤ ਦੇ ਨਾਂ, ਸਾਨੂੰ ਕੋਈ ਦਿੱਕਤ ਨਹੀਂ ਹੈਗੀ। ਸਾਡੇ ਅਸੀਂ ਵੀ ਉਸੇ ਸੰਸਕ੍ਰਿਤੀ ਦੇ ਪ੍ਰੋਡਕਟ ਹੈਗੇ ਆ। ਪਰ ਜੋ ਕਰਨਾ ਨਾ ਧੜੱਲੇ ਨਾਲ ਜੁਰਤ ਨਾਲ ਕਰੋ, ਵਿੱਚ ਵਿਚਾਲੇ ਜਿਹਦਾ ਨਾ ਕਰੋ। ਇਸ ਵੇਲੇ ਇੰਟਰਪ੍ਰੀਟੇਸ਼ਨ ਸਾਫ਼ ਜਾ ਰਹੀ ਹੈ ਕਿ INDIA ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ ਜਿਸ ਰੋਜ਼ ਦਾ ਉਹ ਬਣਿਆ ਉਦਣ ਦਾ ਧੁੜਖੜੂ ਤੇਜ਼ ਹੋ ਗਿਆ, ਉਦਣ ਦਾ BP ਹਾਈ ਹੋ ਗਿਆ BJP ਦੀ ਲੀਡਰਸ਼ਿਪ ਦਾ ਵੀ ਐਡਾ ਕਿਹੜਾ ਉਹਨਾਂ ਨੇ ਭੰਗੀਆਂ ਵਾਲੀ ਤੋਪ ਕੱਸ ਲਈ ਹੈਗੇ ਜਿਹੜੀ ਤੁਸੀਂ। ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਇੰਡੀਆ ਕਿਉਂ ਅਚਾਨਕ ਬਦਲਣਾ ਪਿਆ ਵੀ ਦੱਸੋ? ਕੀ ਕਿਹੜਾ ਇੰਸਟੈਂਸ ਹੈ? ਸਮਝਾਓ ਨਾ ਸਾਨੂੰ ਕਿ ਕਿਉਂ ਇਹ ਬਦਲਣਾ ਪਿਆ ਹੁਣੇ। ਔਰ ਜਿਹੜੇ ਬਾਹਰੋਂ ਗੈਸਟ ਆਉਣੇ ਆ ਉਹ ਸੰਸਕ੍ਰਿਤ ਪੜ੍ਹੇ ਹੋਏ ਸਾਰੇ ਆਉਣੇ ਆ। ਜਿਨ੍ਹਾਂ ਦੇ ਗੈਸਟਾਂ ਦੇ ਤੁਸੀਂ ਆਨਰ ਵਿੱਚ ਡਿਨਰ ਦੇ ਰਹੇ ਆ ਤੇ ਕਾਰਡ ਭੇਜ ਰਹੇ ਆ ਤੇ ਉੱਤੇ ਲਿਖ ਰਹੇ ਆ ਭਾਰਤ। ਉਹ ਭਾਰਤ ਜ਼ਿਆਦਾ ਸਮਝਦੇ ਆ ਕਿ ਇੰਡੀਆ ਜ਼ਿਆਦਾ ਸਮਝਦੇ ਆ। ਪ੍ਰੈਸ ਇੱਕ ਮਿੰਟ ਲੱਦਰ ਸਾਹਿਬ ਹਾਂ ਸੰਗੜਾ ਸਾਹਿਬ ਸਿੰਘ ਜੀ ਹਾਂ ਬੋਲੋ। ਇਹ ਮੈਂ ਜਿਹੜੀ ਗੱਲ ਸੰਵਿਧਾਨ ਦੀ ਮੈਂ ਕੀਤੀ ਹੈ ਨਾ ਵੀ ਸੰਵਿਧਾਨ ਵੀ ਬਦਲਣਗੇ। ਦੇਖੋ ਸੰਵਿਧਾਨ ਦੇ ਵਿੱਚ ਜਿਹੜੇ ਨਾ ਭਾਰਤ ਦੇ ਦੋ ਨਾਂ ਨੇ, ਟ੍ਰਾਂਸਲੇਟਡ ਨਾਂ ਨਹੀਂ ਹੈ ਇੰਡੀਆ, ਨਾ ਹੀ ਇੰਡੀਆ ਤੋਂ ਭਾਰਤ ਟ੍ਰਾਂਸਲੇਟਡ ਹੈ। ਇੰਡੀਆ ਵੀ ਹੈ ਤੇ ਭਾਰਤ ਵੀ ਹੈ। ਜੇ ਆਪਾਂ ਪ੍ਰੈਜ਼ੀਡੈਂਟ ਆਫ ਇੰਡੀਆ ਦੀ ਜਗ੍ਹਾ ਤੇ ਪ੍ਰੈਜ਼ੀਡੈਂਟ ਆਫ ਭਾਰਤ ਲਿਖ ਸਕਦੇ ਆ ਤਾਂ ਬਹੁਤ ਸੋਹਣਾ ਲੱਗੇਗਾ। ਜਦੋਂ ਇੰਡੀਆ ਦਾ ਲਫ਼ਜ਼ ਸੰਵਿਧਾਨ ਚੋਂ ਉਡਾ ਦਿੱਤਾ, ਉੱਥੋਂ ਹੀ ਸ਼ੰਕੇ ਪੈਦਾ ਹੁੰਦੇ ਆ ਕਿ ਇਹ ਕਿਉਂ ਦੀ ਜਗ੍ਹਾ ਤੇ ਲਗਾ ਰਹੇ ਨੇ। ਜੇ ਕੱਲਾ ਨਾ ਭਾਰਤ ਹੀ ਹੈ ਤਾਂ ਹਰ ਜਗ੍ਹਾ ਭਾਰਤ ਹੀ ਚੱਲੇਗਾ। ਪਰ ਸਾਡੇ ਦੇਸ਼ ਦੇ ਨਾਂ ਦੋ ਨੇ, ਇੰਡੀਆ ਵੀ ਤੇ ਭਾਰਤ ਵੀ। ਚਲੋ ਠੀਕ ਹੈ। ਇਹ ਨੋਮਨਕਲੇਚਰ ਜਿੱਦਾਂ ਜੇ ਮੇਰਾ ਨਾਮ ਆਲੂ ਵਾਲੀਆ ਆ ਤਾਂ ਮੈਨੂੰ ਤੁਸੀਂ ਅੰਗਰੇਜ਼ੀ ਚ ਪੋਟੈਟੋ ਵਾਲੀਆ ਨਹੀਂ ਕਹਿ ਸਕਦੇ। ਮੇਰਾ ਜਿਹੜਾ ਪਹਿਲਾ ਉਹਦਾ ਤੁਸੀਂ ਹੋਰ ਟ੍ਰਾਂਸਲੇਟ ਕਰ ਦਿਓ। ਚਲੋ ਠੀਕ ਹੈ ਨਾ। ਉਹਦੀ ਨਾਮ ਦੀ ਟ੍ਰਾਂਸਲੇਸ਼ਨ ਨਹੀਂ ਹੁੰਦੀ ਕਦੀ। ਇੰਡੀਆ ਭਾਰਤ ਦੋ ਨਾਮ ਨੇ ਮੇਰੇ ਮੁਲਕ ਦੇ, ਦੋ। ਚਲੋ ਠੀਕ ਹੈ ਸਰ। ਜਿਸ ਤਰ੍ਹਾਂ ਸੁਰਿੰਦਰ ਸਿੰਘ ਸਿੰਧਾ ਹੁੰਦਾ ਆ। ਠੀਕ ਹੈ ਲੱਦਰ ਸਾਹਿਬ ਇੱਕ ਮਿੰਟ ਰੁਕ ਜਾਓ। ਸੰਗੜਾ ਸਾਹਿਬ ਰੁਕ ਜਾਓ ਸਰ। ਸਿੰਘ ਨਹੀਂ ਕਹਿ ਸਕਦੇ ਤੁਸੀਂ। ਚਲੋ ਸੰਗੜਾ ਸਾਹਿਬ ਤੁਹਾਡਾ ਪੁਆਇੰਟ ਆ ਗਿਆ। ਇੱਕ ਮਿੰਟ ਰੁਕ ਜਾਓ ਸਰ, ਰੁਕ ਜਾਓ ਤੁਹਾਡਾ ਪੁਆਇੰਟ ਆ ਗਿਆ ਸਰ। ਲੱਦਰ ਸਾਹਿਬ ਜਿਹੜਾ ਹੁਣ ਆਪਾਂ ਨੂੰ ਕਈ ਨਾਮ ਫਿਰ ਬਦਲਨੇ ਪੈਣੇ ਆ ਜੇ ਆਪਾਂ ਇੱਧਰ ਹੀ ਤੁਰ ਪਏ ਆ ਤਾਂ। ਮੇਕ ਇਨ ਇੰਡੀਆ ਵੀ ਬਦਲ ਦਾਂਗੇ ਆਪਾਂ, ਮੇਕ ਇਨ ਭਾਰਤ ਰੱਖਾਂਗੇ। ਫਿਰ ਖੇਲੋ ਇੰਡੀਆ ਜਗ੍ਹਾ ਖੇਲੋ ਭਾਰਤ ਰੱਖਾਂਗੇ ਆਪਾਂ। ਸਰ ਸਾਰਾ ਕੁਝ ਬਦਲਣਾ ਪੈਣਾ, ਬਹੁਤ ਨਾਮ ਹੈ। ਫਿਰ ਇਹ ਤਾਂ ਪਹਿਲਾਂ ਰਿਜ਼ਰਵ ਬੈਂਕ ਆਫ ਇੰਡੀਆ ਦੀ ਐਗਜ਼ਾਮਪਲ ਦੇ ਚੁੱਕੇ ਆ ਲੱਦਰ ਸਾਹਿਬ। ਜੇ ਆਪਾਂ ਨਾਮ ਹੀ ਬਦਲਣ ਵੱਲ ਤੁਰਨਾ, ਜੇ ਨਾਮ ਬਦਲਣ ਨਾਲ ਦੇਸ਼ ਦਾ ਸਮੱਸਿਆਵਾਂ ਦਾ ਹੱਲ ਹੁੰਦਾ ਸਰ, ਫਿਰ ਬਦਲ ਦਿਓ ਲੱਦਰ ਸਾਹਿਬ। ਕਰਨਾ ਪੈਣਾ ਜੀ। ਇੰਡੀਅਨ ਇੰਸਟੀਚਿਊਟ ਆਫ ਮੈਡੀਕਲ ਬੋਲੋ ਸੰਗੜਾ ਸਾਹਿਬ ਰੁਕ ਜਾਓ ਸਰ, ਰੁਕ ਜਾਓ, ਵਿੱਚ ਨਾ ਬੋਲਿਆ ਕਰੋ ਸਰ। ਅਸੀਂ ਇਹਨਾਂ ਦਾ ਨਾਂ ਚੇਂਜ ਕਰ ਦਈਏ। ਇਹਨਾਂ ਦਾ ਲੱਦਰ ਸਾਹਿਬ ਬੋਲੋ ਸਰ, ਬੋਲੋ। ਮੈਂ ਬੇਨਤੀ ਕਰਦਾ ਕਿ ਮੈਂ ਜ਼ਿਆਦਾ ਟਾਈਮ ਨਹੀਂ ਲਵਾਂਗਾ ਆਪਣੇ ਟਾਈਮ ਤੋਂ, ਥੋੜਾ ਜਿਹਾ ਅਨਇੰਟਰਪਟਡ ਸਮਾਂ ਦਿਓ ਮੈਨੂੰ। ਬੋਲੋ ਸਰ ਬੋਲੋ, 1 ਮਿੰਟ ਤੁਹਾਡੇ ਕੋਲ ਪੂਰਾ ਬੋਲੋ। ਆਪਣਾ ਭਾਰਤ ਕੱਲਾ ਇਹੋ ਜਿਹਾ ਦੇਸ਼ ਨਹੀਂ ਹੈਗਾ ਜਿਹਦਾ ਇੱਕ ਨਾਂ ਆ। ਪਹਿਲੀ ਗੱਲ ਤਾਂ ਸੰਵਿਧਾਨ 'ਚ ਹੀ ਦੋਨੇ ਨਾਂ ਲਿਖਿਓ ਆ, ਭਾਰਤ ਦੈਟ ਇਜ਼ ਇੰਡੀਆ। ਇਹਦੇ 'ਚ ਕੋਈ ਵੀ ਨਾਂ ਵਰਤਿਆ ਜਾ ਸਕਦਾ। ਨੰਬਰ 1, ਸੰਘੇੜਾ ਸਾਹਿਬ ਨੇ ਇੱਕ ਬਹੁਤ ਵਧੀਆ ਗੱਲ ਕਹੀ ਹੈਗੀ ਆ ਕਿ ਜੀ ਆਪਣਾ ਭਾਰਤ ਤੇ ਇੰਡੀਆ ਦਾ ਜਿਹੜਾ ਕੋਈ ਵੀ ਨਾਂ ਵਰਤਿਆ ਜਾ ਸਕਦਾ। ਇਹਨਾਂ ਨੇ ਖੁਦ ਹੀ ਕਹਿਤਾ ਹੈਗਾ। ਇਤਰਾਜ਼ ਇਹਨਾਂ ਨੂੰ ਇੰਨਾ ਹੈ ਕਿ ਇੰਡੀਆ ਕਿਉਂ ਛੱਡ ਦਿੱਤਾ, ਭਾਰਤ ਕਿਉਂ ਲਿਖਿਆ। ਇਹ ਇਤਰਾਜ਼ ਇਹਨਾਂ ਦਾ। ਲੇਕਿਨ ਕੋਈ ਸਾਡਾ ਦੇਸ਼ ਜਿਹੜਾ ਹੈਗਾ ਪਹਿਲਾ ਦੇਸ਼ ਜਾਂ ਇੱਕੋ ਇੱਕ ਦੇਸ਼ ਨਹੀਂ ਹੈ ਜਿਹਦੇ ਦੋ ਨਾਂ ਆ। ਸਾਡੇ ਜਿਹੜੇ ਦੇਸ਼ ਆ, ਬਰਮਾ ਇਹਦਾ ਨਾਂ ਮਿਆਂਮਾਰ ਵੀ ਆ, ਸਿਲੋਨ ਦਾ ਸ਼੍ਰੀਲੰਕਾ ਆ, ਸਿਆਮ ਥਾਈਲੈਂਡ ਹੈ, ਇਜਿਪਟ ਦਾ ਨਾਂ ਪੁਰਾਣਾ ਮਿਸਰ ਹੈਗਾ, ਅੱਜ ਵੀ ਉਹ ਮਿਸਰ ਵਰਤਦੇ ਆ। UK ਨੂੰ ਅਸੀਂ ਬ੍ਰਿਟੇਨ ਵੀ ਕਹਿੰਦੇ ਹੈਗੇ ਆ, ਬਹੁਤ ਸਾਰੇ ਚੈਕੋਸਲੋਵਾਕੀਆ ਨੂੰ ਚੈਕ ਰਿਪਬਲਿਕ ਕਹਿੰਦੇ ਹੈਗੇ ਆ। ਹੋਰ ਇਸ ਤਰ੍ਹਾਂ ਦੇ ਬੜੇ ਦੇਸ਼ ਹੈਗੇ ਜਿਹੜੇ ਦੋ ਨਾਂ ਉਹਨਾਂ ਦੀ ਆਪਣੀ ਸੁਵਿਧਾ ਅਨੁਸਾਰ ਵਰਤਦੇ ਹੈਗੇ ਆ। ਚੈਕੋਸਲੋਵਾਕੀਆ ਨਹੀਂ ਆ ਹੁਣ। ਹਾਂਜੀ ਉਹ ਬਦਲ ਗਏ, ਕਈ ਦੇਸ਼ ਬਣ ਗਏ ਉਹਦੇ ਚੋਂ। ਚਲੋ ਬਣ ਗਏ ਹੋਣਗੇ ਆਪਣਾ। ਪਰ ਮੈਂ ਆਪਣਾ ਬੇਨਤੀ ਇਹ ਕਰਨੀ ਚਾਹੁੰਦਾ ਹੈਗਾ ਕਿ ਜਦੋਂ ਆਪਣਾ ਰਾਜੀਵ ਗਾਂਧੀ ਨੇ ਨਾਰਾ ਦਿੱਤਾ ਮੇਰਾ ਭਾਰਤ ਮਹਾਨ, ਉਦੋਂ ਤਾਂ ਨਹੀਂ ਕਿਹਾ ਮੇਰਾ ਇੰਡੀਆ ਮਹਾਨ। ਤਾਂ ਇਸ ਕਰਕੇ ਜਿਹੜਾ ਵੀ ਭਾਰਤ ਸ਼ਬਦ ਵਰਤਦਾ, ਜੇ ਮੰਨ ਲਓ ਅਸੀਂ ਭਾਰਤੀ ਰੱਖ ਲੈਂਦੇ ਆ, ਮੰਨ ਲਈ ਜਾਵੇ ਗੱਲ, ਤਾਂ ਕੀ ਭਾਰਤ ਨੂੰ ਜਿਹੜਾ ਆਪਣਾ ਦਾ ਪ੍ਰੈਜ਼ੀਡੈਂਟ ਆਫ ਭਾਰਤ ਨਹੀਂ ਕਿਹਾ ਜਾਏਗਾ? ਕੀ ਕਿਹਾ ਜਾਏਗਾ ਫਿਰ?
ਦੇਸ਼ ਦਾ ਨਾਂ ਤਾਂ ਐਜ਼ ਇਟ ਇਜ਼ ਹੀ ਰਹਿਣਾ ਆ। ਚਲੋ ਮੈਨੂੰ ਭਾਵੇਂ ਉਹ- ਮੈਨੂੰ ਇੱਕ ਚੀਜ਼ ਦੱਸੋ ਲੱਦੜ ਸਾਹਿਬ ਇੱਕ ਚੀਜ਼ ਦੱਸੋ, ਤੁਸੀਂ ਇਸ ਡਿਬੇਟ ਵਿੱਚ ਗਰੰਟੀ ਨਾਲ ਇਹ ਗੱਲ ਕਹਿ ਸਕਦੇ ਹੋ ਕਿ ਸੰਵਿਧਾਨ ਵਿੱਚ ਜਿਹੜਾ ਲਿਖਿਆ ਹੋਇਆ ਇੰਡੀਆ ਭਾਰਤ ਉਹਨਾਂ ਵਿੱਚ ਕੋਈ ਚੇਂਜ ਨਹੀਂ ਕੀਤੀ ਜਾਊਗੀ, ਕੋਈ ਸੋਧ ਨਹੀਂ ਕੀਤੀ ਜਾਊਗੀ, ਕਹਿ ਸਕਦੇ ਹੋ ਸਰ? ਏਪੀ ਜੀ ਗੱਲ ਹੈਗੀ ਆ, ਮੈਂ ਕੌਣ ਉਹਨਾਂ ਕਹਿਣ ਵਾਲਾ ਸਰ ਤੁਸੀਂ ਕੀ ਇਸ ਤਰ੍ਹਾਂ ਦੀ ਕੋਈ ਸੋਧ, ਕੋਈ ਅਮੈਂਡਮੈਂਟ ਕੀ ਆਈ ਹੈ, ਕੋਈ ਤਜਵੀਜ਼ ਹੈਗੀ ਹੈ? ਤੁਸੀਂ ਸਰ ਨਹੀਂ ਹੈਗੀ ਨਾ, ਨਹੀਂ ਇੱਕ ਮਿੰਟ ਪ੍ਰੈਸ ਇੱਕ ਮਿੰਟ ਸਰ, ਨਹੀਂ ਹੈਗੀ ਨਾ, ਤੁਸੀਂ ਜ਼ਿੰਮੇਵਾਰੀ ਨਾਲ ਇੱਥੇ ਗੱਲ ਕਹਿ ਦਿਓ ਅਸੀਂ ਇਹ ਚੀਜ਼ ਕਰਨੀ ਨਹੀਂ ਸਰ, ਗੱਲ ਹੀ ਖਤਮ। ਮੈਂ ਤੁਹਾਨੂੰ ਕੀ ਕਹਿਣਾ ਚਾਹੁੰਦਾ, ਤੁਹਾਡਾ ਜਿਹੜਾ ਇਹ ਡਿਬੇਟ ਹੈ ਬੇਲੋੜਾ ਆ, ਬਿਲਕੁਲ ਮੀਨਿੰਗਲੈਸ ਹੈ। ਚਲੋ ਮੈਂ ਫਿਰ ਥੋੜਾ ਰੁਕ ਜਾਵਾਂ ਸਰ, ਤੁਸੀਂ ਬ੍ਰੇਕ ਲੈਣ ਵਾਸਤੇ ਮੈਨੂੰ ਕਹਿ ਦਿੰਦੇ ਹੋ, ਜੋ ਤੁਸੀਂ ਕਹਿ ਦਿੰਦੇ ਹੋ ਬੇਲੋੜੀ ਬ੍ਰੇਕ ਹੈ, ਬੇਲੋੜੀ ਡਿਬੇਟ ਹੈ, मीनिंगलेस है, ठीक। मैं ब्रेक ले लवां सर, ब्रेक ले लवां, एक छोटा ब्रेक तो वापस आ रहा है सर, जे बेलोड़ी डिबेट है तो शुरू किन्ने कीती है, वापस आ रहे। मुड़ तो तुहाडा स्वागत। बड़ा सवाल असीं पुछ रहे हैं, सदा पत्तर ते द प्रेजिडेंट ऑफ भारत लिखण नाल इंडिया वाली सियासत क्यों भड़की। कमलजीत, ये बेलोड़ी डिबेट तुसीं शुरू कीती है ਜਾਂ ਮੈਂ ਸ਼ੁਰੂ ਕਰ ਲਈ? ਸਰ ਬੇਲੋੜੀ ਡਿਬੇਟ ਉੱਥੋਂ ਸ਼ੁਰੂ ਹੋਈ ਹੈ ਜਿੱਥੋਂ ਇਹ ਇਨਵੀਟੇਸ਼ਨ ਦੇ ਉੱਤੇ ਨਾਮ ਲਿਖਿਆ ਗਿਆ। ਹੁਣ ਬਹੁਤ ਸਾਰੀਆਂ ਤਰਕ ਜਿਹੜੇ ਨੇ ਉਹ ਇਹਨਾਂ ਨੂੰ ਦੇਣੇ ਪੈ ਰਹੇ ਨੇ ਆਪਣੀ ਗੱਲ ਨੂੰ ਸਾਬਤ ਕਰਨ ਵਾਸਤੇ। ਇਹਨਾਂ ਨੂੰ ਸਵਾਲ ਸਿਰਫ ਇੰਨਾ ਬਣਦਾ ਹੈ ਕਿ ਜਿਹੜਾ ਵੀ ਬੀਜੇਪੀ ਦਾ ਪ੍ਰਵਕਤਾ ਹੈ ਉਹ ਆਪਣੀ ਹਾਈ ਕਮਾਂਡ ਤੋਂ ਘੱਟੋ ਘੱਟ ਇੰਨਾ ਸ਼ਬਦ ਪੁੱਛ ਲਵੇ, ਉਹਨਾਂ ਤੋਂ ਸਵਾਲ ਕਰ ਲਵੇ ਕਿ ਇਹ ਅਚਾਨਕ ਤਬਦੀਲੀ ਕੀਤੀ ਕਿਉਂ ਗਈ ਹੈ। ਕੀ ਉਹਨਾਂ ਨੂੰ ਪਤਾ ਨਹੀਂ ਸੀਗਾ ਕਿ ਇਹ ਨੋਟਿਸ ਹੋਏਗੀ? ਉਹਨਾਂ ਨੂੰ ਬਿਲਕੁਲ ਪਤਾ ਸੀਗਾ। ਉਹਨਾਂ ਨੂੰ ਇਹ ਵੀ ਪਤਾ ਸੀਗਾ ਕਿ ਇਹਦੇ ਤੇ ਡਿਬੇਟਸ ਵੀ ਹੋਣਗੀਆਂ। ਜਿੱਥੇ ਤੱਕ ਮੈਂ ਸਮਝਦਾ ਕਿ ਉਹ ਡਿਬੇਟ ਕਰਵਾਉਣਾ ਹੀ ਚਾਹੁੰਦੇ ਨੇ, ਉਹ ਇਸੇ ਗੱਲ ਦੇ ਉੱਤੇ ਹੀ ਚਰਚਾ ਤੋਰਨਾ ਚਾਹੁੰਦੇ ਨੇ। ਇਹ ਪ੍ਰਲੂਡ ਤਿਆਰ ਕੀਤੀ ਜਾ ਰਹੀ ਹੈ ਜਿਹੜਾ ਆਉਣ ਵਾਲਾ ਸਪੈਸ਼ਲ ਸੈਸ਼ਨ ਹੈ, ਜਿਹਦੇ ਬਾਰੇ ਹਲੇ ਕਿਸੇ ਨੂੰ ਵੀ ਕੁਝ ਨਹੀਂ ਕਿਹਾ, ਕਿਸੇ ਨੂੰ ਕੁਝ ਨਹੀਂ ਪਤਾ ਕਿ ਕੀ ਉਸ ਦੇ ਵਿੱਚ ਹੋਣਾ ਹੈ। ਲੱਦਰ ਸਾਹਿਬ ਬੜਾ ਜ਼ੋਰ ਦੇ ਕੇ ਕਹਿ ਰਹੇ ਨੇ ਕਿ ਕੋਈ ਹਲੇ ਇਸ ਕਿਸਮ ਦੀ ਪ੍ਰਪੋਜ਼ਲ ਸਾਹਮਣੇ ਨਹੀਂ ਆਇਆ, ਤਾਂ ਤੁਸੀਂ ਕਿਉਂ ਇਸ ਦੇ ਉੱਤੇ ਚਰਚਾ ਕਰ ਰਹੇ ਹੋ। ਸਾਡਾ ਕਹਿਣਾ ਇਹ ਹੈ ਕਿ ਜਦੋਂ ਨੋਟਬੰਦੀ ਹੋਈ ਸੀ ਕੋਈ ਪ੍ਰਪੋਜ਼ਲ ਸਾਹਮਣੇ ਨਹੀਂ ਸੀਗਾ। ਜਦੋਂ ਆ ਕਿਸਾਨਾਂ ਦੇ ਕਾਨੂੰਨ ਪਾਸ ਕੀਤੇ ਨੇ 4 ਇਹਨਾਂ ਨੇ, ਉਦੋਂ ਕੋਈ ਪ੍ਰਪੋਜ਼ਲ ਸਾਹਮਣੇ ਨਹੀਂ ਸੀਗਾ। ਲੇਬਰ ਲਾਅ ਜਿਹੜੇ ਨੇ ਉਹਨਾਂ ਦੇ ਜੋ ਤਬਦੀਲੀਆਂ ਕੀਤੀਆਂ ਕੋਈ ਪ੍ਰਪੋਜ਼ਲ ਨਹੀਂ ਸੀ। ਆਈਪੀਸੀ ਸੀਆਰਪੀਸੀ ਦੇ ਵਿੱਚ ਤਬਦੀਲੀਆਂ ਕਰਨੀਆਂ ਨੇ, ਕਿਸੇ ਕਿਸਮ ਦਾ ਕੋਈ ਪਹਿਲਾ ਪ੍ਰਪੋਜ਼ਲ ਨਹੀਂ ਸੀ। ਇਹ ਕਦੀ ਵੀ ਕੁਝ ਪ੍ਰਪੋਜ਼ਲ ਦਿੰਦੇ ਹੀ ਨਹੀਂ, ਇਹ ਕੰਸਲਟੇਸ਼ਨ ਦੇ ਵਿੱਚ ਕਿਸੇ ਸਵਾਲ ਦੇ ਉੱਤੇ ਜਾਂਦੇ ਹੀ ਨਹੀਂ। ਸੋ ਐਸੀ ਸਿਚੁਏਸ਼ਨ ਦੇ ਵਿੱਚ ਜਿਹੜੀ ਸਰਕਾਰ ਚੱਲਦੀ ਹੋਵੇ ਤੇ ਉਸ ਸਰਕਾਰ ਨੇ ਹਰ ਵੇਲੇ ਭੰਬਲ ਭੂਸਾ ਪਾ ਕੇ ਹੀ ਰੱਖਿਆ ਹੈ। ਇਹੀ ਖਾਸੀਅਤ ਹੈ ਇਹਨਾਂ ਦੀ ਸਰਕਾਰ ਦੀ ਕਿ ਇਹ ਲੋਕਾਂ ਦੇ ਵਿੱਚ ਹਰ ਵੇਲੇ ਭੰਬਲ ਭੂਸਾ ਪਾਉਂਦੇ ਨੇ। ਉਸ ਤੋਂ ਬਾਅਦ ਇਹਨਾਂ ਦਾ ਆਈਟੀ ਨੈਟਵਰਕ ਜਿਹੜਾ ਹੈਗਾ, ਆਈਟੀ ਸੈੱਲ ਹੈ ਇਹਨਾਂ ਦਾ, ਉਹ ਦੱਬ ਕੇ ਲੋਕਾਂ ਦੇ ਵਿੱਚ ਮਿਸ ਇਨਫੋਰਮੇਸ਼ਨ, ਝੂਠ ਤੂਫਾਨ ਫੈਲਾਉਂਦਾ ਹੈ। ਲੋਕਾਂ ਦੇ ਵਿੱਚ ਵੱਡੇ ਭੰਬਲ ਭੂਸੇ ਦੀ ਹਾਲਤ ਦੇ ਵਿੱਚ ਇਹ ਅਚਾਨਕ ਨਿਕਲਦੇ ਨੇ ਔਰ ਆਪਣੀ ਕੋਈ ਨਾ ਕੋਈ ਐਸੀ ਕਾਰਵਾਈ ਠੀਕ ਹੈ। ਲੱਦਰ ਸਾਹਿਬ ਹੁਣ ਵੀ ਕੀਤਾ ਜਾ ਰਿਹਾ। ਹਾਂ ਬੋਲੋ, ਇਹ ਹੈ ਅਸਲੀ ਗੱਲ। ਇਹਦੇ ਉੱਤੇ ਜੇ ਕੋਈ ਕਲੈਰੀਫਿਕੇਸ਼ਨ ਲੱਦਰ ਸਾਹਿਬ ਕੋਲ ਹੋਣ ਤਾਂ ਜ਼ਰੂਰ ਦੇਣ। ਚਲੋ ਇੱਕ ਮੈਨੂੰ ਸਮਝ ਲੈਂਦਾ ਹੁਣ। ਲੱਦਰ ਸਾਹਿਬ, ਮੈਂ ਮਾਨਯੋਗ ਰਾਸ਼ਟਰਪਤੀ ਦਾ ਟਵਿੱਟਰ ਹੈਂਡਲ ਖੋਲ੍ਹਿਆ, ਉਹਦੇ ਤੇ ਲਿਖਿਆ ਉਹਨਾਂ ਦਾ ਪ੍ਰੈਜ਼ੀਡੈਂਟ ਆਫ ਇੰਡੀਆ, ਥੱਲੇ ਵੈਬਸਾਈਟ ਦਾ ਜ਼ਿਕਰ ਹੈ president.of.india.nic.in। ਸਰ ਇਹ ਵੀ ਬਦਲਣ ਦੀ ਜ਼ਰੂਰਤ ਹੈ ਜਾਂ ਨਹੀਂ ਲੱਦਰ ਸਾਹਿਬ, ਜਾਂ ਠੀਕ ਹੈ ਇਹ? ਆਪਣਾ ਦੇਖੋ ਤੁਸੀਂ .nic ਜਿਹੜਾ ਹੈਗਾ ਯਾਰ, ਉਹ NIC ਤਾਂ ਨੈਸ਼ਨਲ ਇਨਫੋਰਮੇਸ਼ਨ ਸੈਂਟਰ ਹੈ ਜਿਹਦੇ ਉੱਤੇ ਸਾਰੀਆਂ ਆਫੀਸ਼ੀਅਲ ਮੇਲਸ ਬਣਦੀਆਂ ਹੈਗੀਆਂ। ਨੰਬਰ 1। ਨੰਬਰ 2 ਦੇ ਉੱਤੇ ਆਪਣਾ ਦੇਖੋ, ਮੈਨੂੰ ਤਾਂ ਮੈਂ ਦੁਬਾਰਾ ਮੈਂ ਸਰ ਸਵਾਲ ਕੀਤਾ ਲੱਦੜ ਸਾਹਿਬ, ਇਹ ਸਵਾਲ ਠੀਕ ਨਹੀਂ ਲੱਗਿਆ ਤੁਹਾਨੂੰ? ਮੈਂ ਉਹਨਾਂ ਟਵਿੱਟਰ ਹੈਂਡਲ ਖੋਲ੍ਹਿਆ ਮਾਨਯੋਗ ਰਾਸ਼ਟਰਪਤੀ ਜੀ ਦਾ, ਉਹਦੇ ਤੇ ਪ੍ਰੈਜ਼ੀਡੈਂਟ ਆਫ ਇੰਡੀਆ ਲਿਖਿਆ ਹੋਇਆ, ਥੱਲੇ ਲਿਖਿਆ president.of.india.nic.in। ਕੀ ਇਹਨਾਂ ਨੂੰ ਵੀ ਬਦਲਣ ਦੀ ਲੋੜ ਹੈ ਜਾਂ ਨਹੀਂ ਸਰ, ਜਾਂ ਠੀਕ ਹੈ? ਨਹੀਂ, ਬਿਲਕੁਲ ਨਹੀਂ, ਲੋੜ ਨਹੀਂ ਹੈ। ਓਕੇ, ਕੋਈ ਲੋੜ ਨਹੀਂ ਹੈ। ਦੇਖੋ ਮੈਂ ਜਿਹੜੀ ਗੱਲ ਕੇਪੀ ਜੀ ਕਹਿਣੀ ਚਾਹੁੰਦਾ, ਉਹ ਤੁਸੀਂ ਟਰਾਈ ਟੂ ਅੰਡਰਸਟੈਂਡ ਐਂਡ ਐਪਰੀਸ਼ੀਏਟ। ਕੀ ਹੈਗਾ ਆ ਕਿ ਜਿਹੜੇ ਅਸੀਂ ਆਪਣੇ ਮੇਲ ਐਡਰੈਸ ਬਣਾਉਂਦੇ ਆ, ਇਹਨਾਂ ਨੂੰ ਤੁਸੀਂ ਆਪਣਾ ਭਾਵੇਂ ਕੋਈ ਵੀ ਸ਼ਬਦਾਵਲੀ ਵਰਤ ਕੇ ਬਣਾ ਸਕਦੇ ਹੋ, ਇਹਦੇ 'ਚ ਕੋਈ ਦਿੱਕਤ ਨਹੀਂ ਹੈਗੀ। ਇੰਡੀਆ ਦੇ ਨਾਲ ਬਣਾ ਲਓ, ਭਾਰਤ ਨਾਲ ਬਣਾ ਲਓ, ਹਿੰਦੁਸਤਾਨ ਨਾਲ ਬਣਾ ਲਓ, ਜੋ ਤੁਹਾਡਾ ਜੀ ਕਰਦਾ ਬਣਾ ਲਓ, ਇਹ ਕੋਈ ਦਿੱਕਤ ਨਹੀਂ ਹੈਗੀ। ਨੰਬਰ 1। ਮੈਂ ਇੱਕ ਆਪਣੇ ਬਾਰੇ ਕਹਿਣਾ ਚਾਹੁੰਦਾ ਹੈਗਾ, ਜਿਵੇਂ ਆਪਾਂ ਡਿਬੇਟ ਦੀ ਗੱਲ ਕਰਦੇ ਹੈਗੇ ਆ, ਕੋਈ ਆਪਣਾ ਪੈਨਲਿਸਟ ਸਾਰੇ ਸਤਿਕਾਰਯੋਗ ਹੈ, ਕੋਈ ਗੁੱਸਾ ਨਾ ਕਰਨ। ਆਪਣਾ ਪੰਜਾਬੀ ਦੀ ਕਹਾਵਤ ਹੈ, ਅੱਖਰ ਇੱਕ ਨਾ ਜਾਣਦਾ ਨਾ ਇਲਮ ਦੀਨ। तो ਅਸੀਂ ਆਪਣੇ ਇਲਮਾਂ ਦੀ ਵਿਖਿਆਨ ਕਰ ਰਹੇ ਹੈਗੇ, ਮੈਂ ਵੀ ਕਰ ਰਿਹਾ, ਲੇਕਿਨ ਮਸਲਾ ਜਿਹੜਾ ਹੈਗਾ ਆ ਉੱਥੋਂ ਅਸੀਂ ਭਟਕ ਰਹੇ ਹੈਗੇ ਆ ਕਿ ਭਾਰਤ ਦੇਸ਼ ਦਾ ਨਾਂ ਨਹੀਂ ਹੈਗਾ।
ਇੱਕ ਮਿੰਟ ਲੱਦੜ ਸਾਹਿਬ ਨੂੰ ਬੋਲਣ ਦਿਓ ਸਰ। ਇੱਕ ਮਿੰਟ ਪ੍ਰੈਸ ਮੈਂ ਆ ਰਿਹਾ ਤੁਹਾਡੇ ਕੋਲ। ਇੱਕ ਮਿੰਟ ਲੱਦੜ ਸਾਹਿਬ ਮੈਨੂੰ ਇੱਕ ਚੀਜ਼ ਦੱਸੋ ਸਰ। ਇੱਕ ਮਿੰਟ ਕਮਲਜੀਤ ਪਲੀਜ਼ ਇੱਕ ਮਿੰਟ ਰੁਕ ਜਾਓ। ਲੱਦੜ ਸਾਹਿਬ, ਸੰਵਿਧਾਨ ਵਿੱਚ ਲਿਖਿਆ ਇੰਡੀਆ ਦੈਟ ਇਜ਼ ਭਾਰਤ। ਕੀ ਤੁਸੀਂ ਚਾਹੁੰਦੇ ਹੋ ਕਿ ਇੰਡੀਆ ਦੈਟ ਇਜ਼ ਹਿੰਦੁਸਤਾਨ ਲਿਖਿਆ ਜਾਵੇ ਜਾਂ ਇੰਡੀਆ ਦੈਟ ਇਜ਼ ਭਾਰਤ ਨਾ ਲਿਖਿਆ ਜਾਵੇ? ਕੀ ਚਾਹੁੰਦੇ ਹੋ ਤੁਸੀਂ ਸਰ? ਦੇਖੋ ਆਪਣਾ ਦੇਸ਼ ਦਾ ਸੰਵਿਧਾਨ ਜਿਹੜਾ ਆ ਇਹ ਸਾਨੂੰ ਦੋ ਨਾਂ ਵਰਤਣ ਦੀ ਇਜਾਜ਼ਤ ਦਿੰਦਾ ਆ, ਔਰ ਦੋ ਨਾਵਾਂ ਦਾ ਸਿਨੋਨਿਮਸ ਮੀਨਿੰਗ ਹੈ। ਇਹ ਆਪਣੇ ਫਾਊਂਡਿੰਗ ਫਾਦਰਸ ਨੇ ਐਕਸਪਲੇਨ ਕੀਤਾ। ਲੱਦੜ ਸਾਹਿਬ ਮੈਂ ਤਾਂ ਇੱਕ ਸਿੰਪਲ ਸਵਾਲ ਕਰ ਰਿਹਾ ਸਰ। ਤੁਸੀਂ ਚਾਹੁੰਦੇ ਹੋ ਇੰਡੀਆ ਦੈਟ ਇਜ਼ ਹਿੰਦੁਸਤਾਨ ਲਿਖਿਆ ਜਾਵੇ ਜਾਂ ਇੰਡੀਆ ਦੈਟ ਇਜ਼ ਭਾਰਤ ਹੀ ਰਵੇ? ਇਹ ਦੱਸੋ ਸਰ। ਇੰਡੀਆ ਦੈਟ ਇਜ਼ ਭਾਰਤ ਇਜ਼ ਇਨਫ। ਅੱਛਾ, ਇਨਫ ਠੀਕ ਹੈ। ਹਾਂ ਪ੍ਰੈਸ ਸਾਹਿਬ ਬੋਲੋ ਹੁਣ। ਮੈਂ ਇਹ ਗੱਲ ਕਹਿਣਾ ਕਿ ਲੋਕ ਕਰ ਰਹੇ ਆ ਇਹ ਯਾਰ ਇੱਕ ਮਿੰਟ ਸਾਰੇ ਆ ਰਹੇ ਆ ਸਾਰੇ। ਇਹਨਾਂ ਦੀ ਇੱਕ ਲੀਡਰ ਵੱਲੋਂ ਇਹ ਬਿੱਲ ਲਿਆਂਦਾ ਗਿਆ ਸੀ ਤਾਂ ਮੈਂ ਸਵਾਲ ਕੀਤਾ। ਹਾਂ ਪ੍ਰੈਸ ਸਾਹਿਬ ਬੋਲੋ। ਮੈਂ ਇੰਨੀ ਗੱਲ ਹੀ ਕਹਿਣਾ ਕਿ ਇਹਦੀ ਲੋੜ ਕੀ ਪਈ ਇਹ ਤੇ ਦੱਸਦੇ ਨਹੀਂ ਲੱਦੜ ਜੀ। ਹੋਰ ਹੀ ਗੱਲਾਂ ਕਹੀ ਜਾਂਦੇ ਆ, ਫਲਾਨਿਆਂ ਨੂੰ ਹੋ ਗਿਆ ਡਿਬੇਟ ਆਨ, ਇਹ ਐਵੇਂ ਬਿਨਾਂ ਮਤਲਬ ਦੀ ਹੈਗੀ ਫਲਾਨਾ। ਜਦੋਂ ਹਮੇਸ਼ਾ ਹੀ ਪ੍ਰੈਜ਼ੀਡੈਂਟ ਆਫ ਇੰਡੀਆ ਲਿਖਿਆ ਗਿਆ, ਅਚਾਨਕ ਭਾਰਤ ਤੇ ਤੁਸੀਂ ਪਾਇਆ ਉੱਥੇ। ਸਾਨੂੰ ਇਹ ਦੱਸੋ ਵੀ ਕਿਹੜੀ ਲੋੜ ਪਈ ਸੀ, ਕਿਹੜੀ ਗੱਲ ਤੋਂ ਕਰਕੇ ਭਾਰਤ ਪਾਇਆ? ਤੁਸੀਂ ਕਹਿੰਦੇ ਕੋਈ ਨਹੀਂ। ਇੱਕ ਮਿੰਟ ਲੱਦੜ ਸਾਹਿਬ ਇੱਕ ਮਿੰਟ ਸਰ, ਮੈਂ ਆਉਂਗਾ ਤੁਹਾਡੇ ਕੋਲੇ। ਹਾਂ ਪ੍ਰੈਸ ਸਾਹਿਬ ਬੋਲੋ। ਜੇ ਕੋਈ ਕਾਰਨ ਤੇ ਉਹਦਾ ਦੱਸੋ ਨਾ ਸਾਨੂੰ, ਲੋਕ ਵੀ ਸਮਝਣ ਵੀ ਅਚਾਨਕ ਕਿਉਂ, ਕਿਹੜਾ ਸੁਪਨਾ ਆਇਆ ਸੀ ਰਾਤ ਨੂੰ ਕਿ ਤੁਸੀਂ ਉਹਨਾਂ ਨੂੰ ਕਿਹਾ ਕਿ ਨਹੀਂ ਭਾਰਤ ਪਾ ਦਿਓ? ਸਾਡੇ ਸਾਹਮਣੇ ਇੱਕੋ ਹੀ ਇੱਕ ਐਕਸਪਲੇਨੇਸ਼ਨ ਆ ਕਿ INDIA ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਈਅੰਸ ਦੇ ਨਾਂ ਤੋਂ ਡਰਦਿਆਂ ਹੋਇਆਂ ਇਹ ਬਦਲਿਆ ਗਿਆ। ਇਹ ਸਾਡਾ ਤੁਹਾਡੇ ਦੇ ਉੱਤੇ ਇੱਕ ਆਰੋਪ ਕਹਿ ਲਓ ਜਾਂ ਸਾਡਾ ਇੱਕ ਸੋਚ ਕਹਿ ਲਓ, ਪਰ ਤੁਸੀਂ ਉਸ ਗੱਲ ਨੂੰ ਦੱਸਣ ਦੀ ਜਗ੍ਹਾ ਇਧਰ ਹੋਰ ਹੀ ਝੱਜੂ ਪਾਈ ਫਿਰਦੇ ਆ ਕਿ ਨਹੀਂ ਜੀ ਉਹ ਤੇ ਇੰਡੀਆ ਆ ਜੀ, ਭਾਰਤ ਵੀ ਬਰਾਬਰ ਆ ਜੀ, ਦੋ ਨਾਂ ਆ ਜੀ, ਜਿਹੜੇ ਮਰਜ਼ੀ। ਤੇ ਜਿਹੜੇ ਅੱਗੇ ਵਰਤੇ ਜਾ ਰਹੇ ਸੀਗੇ ਉਹ ਬਦਲੇ ਕਿਉਂ ਹੁਣ ਅਚਾਨਕ ਕਿਉਂ ਬਦਲੇ? ਕੀ ਲੋੜ ਪਈ? ਉਹ ਗੱਲ ਤੇ ਤੁਸੀਂ ਦੱਸਦੇ ਨਹੀਂ। ਚਲੋ ਮੈਂ ਪੁੱਛ ਰਿਹਾ ਪ੍ਰੈਸ ਪੁੱਛ ਰਿਹਾ ਮੈਂ। ਨਹੀਂ ਦੂਸਰੀ ਗੱਲ ਵੀ ਨਾਲੇ ਦੱਸ ਦਿਆਂ। ਇਹ ਗੱਲ ਮੈਂ ਕਹਿ ਦਿਆਂ, ਵਨ ਨੇਸ਼ਨ ਵਨ ਇਲੈਕਸ਼ਨ 5 ਆਰਟੀਕਲ ਬਦਲਨੇ ਪੈਣਗੇ। ਜੇ ਲੋੜ ਪਈ ਜੇ ਉਹ ਬਦਲ ਦੇਣਗੇ। ਉਹ ਜਿਹੜਾ ਰਾਮਨਾਥ ਕੋਵਿੰਦ ਦੇ ਰਾਹੀਂ ਕੀ ਗੱਲਾਂ ਕਰਦੇ ਆ ਤੁਸੀਂ? ਦੇਸ਼ ਦੇ ਉੱਤੇ ਪੂਰਾ ਸੰਵਿਧਾਨ ਦੇ ਉੱਤੇ ਹਮਲਾ ਸ਼ੁਰੂ ਕੀਤਾ ਹੋਇਆ। ਚਲੋ ਸੰਗੜਾ ਸਾਹਿਬ ਇੱਕ ਮਿੰਟ ਆ ਰਿਹਾ। ਲੱਦੜ ਸਾਹਿਬ ਇੱਕ ਮਿੰਟ ਪਲੀਜ਼। ਲੱਦੜ ਸਾਹਿਬ ਇੱਕ ਮਿੰਟ ਸਰ, ਇੱਕ ਮਿੰਟ ਮੈਂ ਸਰ ਸਵਾਲ ਕਰ ਰਿਹਾ ਸਰ ਪਲੀਜ਼। ਸਰ ਇਹਦੀ ਲੋੜ ਕਿਉਂ ਪਈ? ਪ੍ਰੈਸ ਸਾਹਿਬ ਇਹ ਸਵਾਲ ਕਰ ਰਹੇ ਆ। ਮੈਂ ਇਹ ਪੁੱਛਣਾ ਚਾਹੁੰਦਾ, ਪ੍ਰੋਫੈਸਰ ਸਾਹਿਬ ਤੋਂ ਇਹ ਪੁੱਛਿਆ ਜਾਣਾ ਚਾਹੀਦਾ ਆ ਕਿ ਇਹ INDIA ਨੂੰ ਰਿਪਰੈਜ਼ੈਂਟ ਕਰਦੇ ਆ ਜਾਂ ਕਿਸੇ ਪੋਲੀਟੀਕਲ ਪਾਰਟੀ ਨੂੰ ਕਰਦੇ ਆ? ਚਲੋ ਮੰਨ ਲਿਆ ਸਰ, ਮੰਨ ਲਿਆ। ਲੱਦੜ ਸਾਹਿਬ ਤੁਹਾਡੀ ਗੱਲ ਮੰਨ ਲਈ। ਲੱਦੜ ਸਾਹਿਬ ਤੁਹਾਡੀ ਗੱਲ ਮੰਨ ਲਈ ਸਰ, ਇਹ ਕਰਦੇ ਪਏ ਰਿਪਰੈਜ਼ੈਂਟ ਉਹਨਾਂ ਨੂੰ। ਤੁਸੀਂ ਦੱਸੋ ਲੋੜ ਕਿਉਂ ਪਈ ਸਰ ਇਹ ਪ੍ਰੈਜ਼ੀਡੈਂਟ ਆਫ ਭਾਰਤ ਲਿਖਣ ਦੀ? ਨਹੀਂ ਕੋਈ ਇਤਰਾਜ਼ ਹੀ ਨਹੀਂ ਹੈ, ਬੇਲੋੜਾ ਇਤਰਾਜ਼ ਹੈ ਸਰ। ਲੋੜ ਕਿਉਂ ਪਈ ਸਰ ਇਹ ਤਾਂ ਦੱਸ ਦਿਓ ਨਾ, ਲੋੜ ਕਿਉਂ ਪਈ? ਮੈਂ ਕਹਿੰਦਾ ਜੀ ਤੁਹਾਡੀ ਮਰਜ਼ੀ ਹੈ। ਤੁਸੀਂ ਆਪਣੇ ਪੁੱਤਰ ਨੂੰ ਜੋਗਿੰਦਰ ਸਿੰਘ ਸੱਦੋ, ਸੁਰਿੰਦਰ ਸਿੰਘ ਸੱਦੋ, ਤੁਹਾਡੀ ਮਰਜ਼ੀ ਹੈ। ਇਹ ਤੁਹਾਡਾ ਪੁੱਤਰ ਨਹੀਂ ਹੈ ਜੀ, ਸਾਡਾ ਦੇਸ਼ ਹੈ ਸਾਰਿਆਂ ਦਾ। ਅਰਥ ਪਿਆਰਾ ਦੇਸ਼, ਸਾਡੀ ਜਨਮ ਭੂਮੀ, ਸਾਡੀ ਖਤਰਨਾਕ ਹੈ। ਇਹ ਦੇਸ਼ ਮਰਜ਼ੀ ਨਾਲ ਨਹੀਂ ਚੱਲਦਾ, ਇਹ ਦੇਸ਼ ਸੰਵਿਧਾਨ ਦੇ ਨਾਲ, ਇਹ ਦੇਸ਼ ਕਿਸੇ ਯਾਰ ਸੰਵਿਧਾਨ ਦੀ ਅਵਹੇਲਨਾ ਕਿੱਥੇ ਆ? ਵਾਇਲੇਸ਼ਨ ਕਿੱਥੇ ਦਾ ਸਮਝਾ ਦਿਓ। ਇਹ ਦੇਸ਼ ਜਿਹੜਾ ਹੈਗਾ ਇਹ ਮਰਜ਼ੀ ਨਾਲ ਨਹੀਂ ਚੱਲਦਾ। ਤੁਸੀਂ ਜੋ ਮਰਜ਼ੀ ਨਾਲ ਚਲਾਉਣ ਦੀ ਗੱਲ ਕਰ ਰਹੇ ਹੋ ਉਹ ਵੀ ਦਿੱਕਤ ਹੈ। ਚਲੋ ਹਾਂ ਸੰਗੜਾ ਸਾਹਿਬ ਵਾਇਲੇਸ਼ਨ KP ਜੀ ਪੁੱਛ ਲਓ ਨਾ। ਮੈਂ ਪੁੱਛ ਲੈਣਾ ਸਰ, ਮੈਂ ਪੁੱਛ ਲਾਂ। ਜਿਵੇਂ ਤੁਸੀਂ ਦੱਸਤਾ ਵੀ ਲੋੜ ਕਿਉਂ ਪਈ, ਉਵੇਂ ਇਹ ਦੱਸ ਦੇਣਗੇ ਵਾਇਲੇਸ਼ਨ ਕੀ ਹੈ। ਹਾਂ ਸੰਗੜਾ ਸਾਹਿਬ ਇਹਦੇ ਦੋ ਕਾਰਨ ਨੇ ਇੰਡੀਆ ਨੂੰ ਕਿਉਂ ਇਹ ਨਫ਼ਰਤ ਕਰਨ ਲੱਗ ਗਏ ਆ ਇੰਡੀਆ ਲਫ਼ਜ਼ ਨੂੰ। ਦੋ ਕਾਰਨ ਨੇ। ਇੱਕ ਤਾਂ ਪ੍ਰੋਫੈਸਰ ਮਨਜੀਤ ਸਿੰਘ ਉਹਨਾਂ ਨੇ ਦੱਸਤਾ ਆ ਕਿ ਇੰਡੀਆ ਨਾਮ ਸੰਗਠਨ ਤੋਂ ਭੈ ਭੀਤ ਹੋ ਗਿਆ, ਗੱਦੀ ਖੁੱਸ ਰਹੀ ਹੈ, ਮਹਿੰਗਾਈ ਸਿਰੇ ਤੱਕ ਚੜ ਗਈ ਹੈ, 2 ਕਰੋੜ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਦੇ ਸਕੇ। ਲਲਿਤ ਮੋਦੀ ਵਰਗੇ ਵੀ ਇਹਨਾਂ ਦੇ ਨਾਲ ਬੈਠਦੇ ਆ, ਸਾਰੇ ਭ੍ਰਿਸ਼ਟਾਚਾਰੀ ਇਹਨਾਂ ਦੇ ਨਾਲ ਬੈਠਦੇ ਆ। ਸਾਰਾ ਹੀ ਦੇਸ਼ ਇੱਕ ਵਿਅਕਤੀ ਨੂੰ ਵੇਚ ਦਿੱਤਾ ਹੈ। ਇਹਨਾਂ ਦਾ ਜਾਣਾ ਤੈਅ ਹੋਣ ਲੱਗ ਗਿਆ, ਇਹਨਾਂ ਨੂੰ ਦਿਸਣ ਲੱਗ ਗਿਆ। ਉਸ ਤੋਂ ਭੈ ਭੀਤ ਹੋ ਗਏ ਆ। ਨੰਬਰ 2 ਤੇ ਸੰਵਿਧਾਨ ਨੂੰ ਨਫ਼ਰਤ ਕਰਦੇ ਆ। ਬਾਬਾ ਸਾਹਿਬ ਦੇ ਲਿਖੇ ਹੋਏ ਸੰਵਿਧਾਨ ਨੂੰ ਨਫ਼ਰਤ ਕਰਦੇ ਆ। ਪ੍ਰੋਫੈਸਰ ਮਨਜੀਤ ਸਿੰਘ ਉਹਨਾਂ ਨੇ ਕਿਹਾ ਲੱਦੜ ਬੋਲੋ, ਲੱਦੜ ਸਾਹਿਬ ਨਾ ਬੋਲੋ। ਪ੍ਰੋਫੈਸਰ ਮਨਜੀਤ ਸਿੰਘ ਉਹਨਾਂ ਨੇ ਕਿਹਾ ਦੱਸਾਂਗਾ ਤੁਸੀਂ ਝੂਠ ਬੋਲਦੇ ਹੋ, ਮੈਂ ਸਹਿ ਨਹੀਂ ਕਰਾਂਗਾ। ਤੁਸੀਂ ਵਨ ਇਲੈਕਸ਼ਨ ਅੱਜ ਤੱਕ ਬਾਬਾ ਸਾਹਿਬ ਦੇ ਨਾਂ ਤੇ ਜਨਤਾ ਦੀ ਐਕਸਪਲੋਇਟੇਸ਼ਨ ਕੀਤੀ ਹੈ। ਮੈਂ ਤੱਥਾਂ ਨਾਲ ਸਾਬਤ ਕਰ ਸਕਦਾ। ਇੱਕ ਮਿੰਟ ਲੱਦੜ ਸਾਹਿਬ ਸੰਗੜਾ ਸਾਹਿਬ ਇਦਾਂ ਡਿਬੇਟ ਥੋੜੀ ਚੱਲਦੀ ਹੁੰਦੀ ਜਿਵੇਂ ਆਪਾਂ ਚਲਾ ਰਹੇ ਹਾਂ। ਇਦਾਂ ਨਾ ਕਰੋ ਪਲੀਜ਼, ਇਦਾਂ ਨਾ ਕਰੋ ਪਲੀਜ਼। ਲੱਦੜ ਸਾਹਿਬ ਪਲੀਜ਼, ਲੱਦੜ ਸਾਹਿਬ ਪਲੀਜ਼।
नहीं भेजे राज सभा एक मिनट लदड़ साहब, चलो एक छोटा ब्रेक ले लेने हो। मैं लग रहा है डिबेट चाहते ही नहीं गए, ਤਾਂ ਹੀ मीनिंगलैस कह रहे थे। मैं एक छोटा ब्रेक ले रहा, ब्रेक तो वापस आवांगे। डिबेट किहो जी चाਹੁੰਦੇ ਆ ਸਾਰੇ, मैं ਉਹੀ ਸਮਝਣ ਦੀ ਕੋਸ਼ਿਸ਼ ਕਰ ਰਿਹਾ। डिबेट ਅਸਲ ਵਿੱਚ ਇੰਡੀਆ ਦੇ ਨਾਮ ਤੇ डिबेट ਚਾਹੁੰਦੇ ਆ, ਭਾਰਤ ਦੇ ਨਾਮ ਤੇ डिबेट ਚਾਹੁੰਦੇ ਆ, ਜਾਂ ਮੁੱਦਾ ਕੋਈ ਹੋਰ ਹੈਗਾ ਜਿਹੜਾ ਸਾਨੂੰ ਅੱਗੇ ਆ ਕੇ ਦਿਖੂਗਾ? ਸਵਾਲ ਇਹੀ ਹੈ। ਵਾਪਸ ਆ ਰਹੇ ਮੁੜ ਤੋਂ ਤੁਹਾਡਾ ਸਵਾਗਤ ਹੈ। ਤੇ ਵੱਡਾ ਸਵਾਲ ਅਸੀਂ ਪੁੱਛ ਰਹੇ ਸੱਦਾ ਪੱਤਰ ਤੇ ਦਾ ਪ੍ਰੈਜ਼ੀਡੈਂਟ ਆਫ ਭਾਰਤ ਲਿਖਣ ਨਾਲ ਇੰਡੀਆ ਵਾਲੀ ਸਿਆਸਤ ਕਿਉਂ ਭੜਕੀ? ਪ੍ਰੋਫੈਸਰ ਮਨਜੀਤ ਸਿੰਘ, एक मिनट लद्दड़ साहब, एक मिनट सर, लद्दड़ साहब एक मिनट प्लीज सर, लद्दड़ साहब एक मिनट प्लीज सर, लद्दड़ साहब एक मिनट प्लीज, लद्दड़ साहब प्लीज सर, लद्दड़ साहब प्लीज, मैं आ जाऊंगा। संगड़ा साहब प्लीज, संगड़ा साहब प्लीज, संगड़ा साहब रुक जाओ, एक मिनट रुक जाओ सर, रुक जाओ सर, रुक जाओ, रुक जाओ सर, लद्दड़ साहब प्लीज, ਤੁਹਾਡਾ ਆਰਗੂਮੈਂਟ ਆ ਗਿਆ ਸਰ। एक मिनट संगड़ा साहब प्लीज सर, संगड़ा साहब ਆਪਾਂ डिबेट तुरंत देनी है कि नहीं सर? प्लीज रुक जाओ। ਪ੍ਰੋਫੈਸਰ ਮਨਜੀਤ ਸਿੰਘ, ਜਿਹੜਾ ਰੌਲਾ ਪੈ ਰਿਹਾ ਸਰ, ਮੈਨੂੰ ਲੱਗਦਾ ਰੌਲਾ ਇਹੋ ਜਿਹਾ ਹੀ ਚਾਹੀਦਾ ਕਿ ਹੋਰ ਮੁੱਦੇ ਦੀ ਗੱਲ ਨਾ ਹੋਵੇ ਸਰ। ਜਿਸ ਤਰੀਕੇ ਦਾ ਰੌਲਾ ਸਾਡੇ ਸਾਹਮਣੇ ਆ ਰਿਹਾ ਨਾ ਪ੍ਰੋਫੈਸਰ ਮਨਜੀਤ ਸਿੰਘ, ਦੇਸ਼ ਵਿੱਚ ਮਹਿੰਗਾਈ ਹੈ, ਹੋਰ ਬੜੇ ਮੁੱਦੇ ਆ ਸਰ, ਉਹਨਾਂ ਦੀ ਗੱਲ ਨਾ ਹੋਵੇ। ਨਾਮਾਂ ਤੇ ਉਲਝੇ ਰਹੋ ਪ੍ਰੋਫੈਸਰ ਮਨਜੀਤ ਸਿੰਘ, ਤਾਂ ਹੀ ਉਹ ਕਹਿ ਰਹੇ ਮੀਨਿੰਗਲੈਸ ਡਿਬੇਟ ਹੈ ਇਹ। ਪ੍ਰੋਫੈਸਰ ਮਨਜੀਤ ਸਿੰਘ, ਨਹੀਂ ਦੇਖੋ, ਗੱਲ ਤੇ ਠੀਕ ਹੈਗੀ ਹੈ, ਪਰ ਇਹਦਾ ਨਾ ਦੂਜੀਆਂ ਸਾਈਡ ਵੀ ਦੇਖਣ ਦੀ ਗੱਲ, ਕੱਲੀ ਇਹਨੂੰ ਆਈਸੋਲੇਟਡ ਤਰੀਕੇ ਨਾਲ ਨਾ ਦੇਖੋ। ਸਾਰੀ ਜਗ੍ਹਾ ਹੀ ਇਸ ਤਰ੍ਹਾਂ ਕੁਛ ਨਾ ਕੁਛ ਰੋਜ਼ ਬਦਲਣ ਦੀ ਗੱਲ ਹੋ ਰਹੀ ਹੈ। ਉਹ ਮਾੜਾ ਜਿਹਾ ਉਹ ਮੁੰਡਾ ਜਿਹੜਾ ਕਿਆ ਉਹ MK ਸਟਾਲਿਨ ਦਾ ਮੁੰਡਾ ਚੀਫ ਮਿਨਿਸਟਰ ਦਾ ਆ, ਸਟਾਲਿਨ ਉਦੈਨਿਧੀ, ਉਹਨੇ ਮੜ ਜਾ ਇਹ ਕੀ ਕਹਿ ਦਿੱਤਾ ਕਿ ਦੇਖੋ ਜੀ ਇੱਥੇ ਜਿਹੜੇ ਸਾਡੇ ਕਿਉਂ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਸਾਹਿਬ ਨੇ ਛੱਡਿਆ ਸੀ ਕਿ ਨਹੀਂ? ਉਹ ਕਹਿੰਦੇ ਕਿ ਆਈ ਮੈਂ ਬਾਰਨ ਹਿੰਦੂ ਬਟ ਆਈ ਡੋਂਟ ਵਾਂਟ ਟੂ ਡਾਈ ਐਜ਼ ਏ ਹਿੰਦੂ, ਕਿਹਾ ਸੀ ਕਿ ਨਹੀਂ ਕਿਹਾ? ਇਹ ਤੁਹਾਡੇ ਲੱਦੜ ਸਾਹਿਬ ਤੁਸੀਂ ਪਹਿਲਾਂ ਦੱਸ ਦਿਓ। ਉਹਨਾਂ ਨੇ ਫਿਰ ਇੱਕ ਮਿੰਟ ਜਰਾ ਰੁਕੋ, ਉਹ ਸਿੱਖ ਬਣਨ ਵੀ ਆਏ ਸੀਗੇ, ਤੁਸੀਂ ਬਣਨ ਨਹੀਂ ਦਿੱਤਾ ਉਹਨਾਂ ਨੂੰ। ਓਹੋ, ਤੁਸੀਂ ਜਿਹੜੀ ਮੈਂ ਗੱਲ ਕਹੀ ਨਾ ਉਹ ਤੇ ਠੀਕ ਹੈ, ਤੁਸੀਂ ਵੀ ਸਹੀ ਕਹਿ ਰਹੇ ਹੋ, ਪਰ ਮੇਰੀ ਗੱਲ ਓਏ ਹੋਏ ਉਹ ਬੁੱਧਿਸਟ ਬਣੇ ਨਾ, ਉਹ ਬੁੱਧਿਸਟ ਬਣੇ ਨਾ, ਤੇ ਤੁਸੀਂ ਸਾਰੇ ਯਾਰ ਹੁਣ ਰੌਲਾ ਲद्दड़ ਸਾਹਿਬ ਤੁਹਾਡਾ ਵੀ ਪੁਆਇੰਟ ਆ ਗਿਆ, ਉਹਨਾਂ ਦਾ ਵੀ ਪੁਆਇੰਟ ਆ ਗਿਆ, ਦਰਸ਼ਕ ਆਪੇ ਫੈਸਲਾ ਕਰ ਲੈਣਗੇ। ਮੇਰੀ ਬੇਨਤੀ ਇੰਨੀ ਹੈ ਕਿ ਕੋਈ ਮਾੜੀ ਜੀ ਗੱਲ ਕਹੇ ਸਹੀ, ਇਹ ਪੈ ਜਾਂਦੇ ਅਲੀ ਕਰਕੇ। ਤੁਸੀਂ ਗੱਲ ਤੇ ਸੋਚੋ ਕਿ ਹੋ ਕੀ ਰਿਹਾ ਦੇਸ਼ ਦੇ ਅੰਦਰ, ਕਿਉਂਕਿ ਤੁਸੀਂ ਵੀ ਨਹੀਂ ਚੰਗੇ ਹੈਗੇ। ਉਹ ਯਾਰ ਮੈਨੂੰ ਕੀ ਕਹਿੰਦਾ? ਲद्दड़ ਸਾਹਿਬ ਹੁਣ ਰੁਕ ਜਾਓ ਨਾ ਸਰ, ਯਾਰ ਗੱਲ ਸੁਣ ਲਓ, ਰੁਕ ਜਾਓ ਸਰ। ਮੈਂ ਕੋਈ ਅਕਾਲੀ ਦਲ ਦਾ ਲੀਡਰ ਤੇ ਬੈਠਾ ਇੱਥੇ ਨਾ, ਮੈਂ ਕੋਈ ਐਜੀਪੀਸੀ ਦਾ ਆਪਣੀ ਗੱਲ ਪੂਰੀ ਕਰੋ ਜੀ, ਆਪਣੀ ਗੱਲ ਪੂਰੀ। ਮੈਂ ਬੈਠਾ ਆ ਇੱਕ ਬਿਲਕੁਲ ਇੰਡੀਪੈਂਡੈਂਟ ਵਿਊ, ਇਹ ਗੱਲ ਦੱਸ ਰਿਹਾ ਮੈਂ ਤੁਹਾਨੂੰ ਕਿ ਤੁਸੀਂ ਰੋਜ਼ ਉਹ ਜਿਹੜੇ ਉਹਨਾਂ ਦੇ ਬੌਸਸ ਨੇ। ਇੱਕ ਮਿੰਟ ਕਮਲਜੀਤ ਇੱਕ ਮਿੰਟ ਪਲੀਜ਼, ਲੱਦੜ ਸਾਹਿਬ ਕਮਲਜੀਤ ਇੱਕ ਮਿੰਟ ਪਲੀਜ਼ ਰੁਕ ਜਾਓ। ਪ੍ਰੈਸਰ ਨੂੰ ਆਪਣੀ ਗੱਲ ਪੂਰੀ ਕਰ ਲੈਣ ਦਿਓ ਨਾ ਸਰ, ਆਪਾਂ ਵਿੱਚ ਮੇਰੀ ਗੱਲ ਇੰਨੀ ਹੈ ਵੀਰ ਕਿ ਤੁਸੀਂ ਕੋਈ ਵੀ ਤੁਹਾਨੂੰ ਮਾੜਾ ਜਿਹਾ ਕਹਿ ਦੇ ਕਿ ਇੱਥੇ ਗਰੀਬਾਂ ਨਾਲ, ਔਰਤਾਂ ਨਾਲ, ਦਲਿਤਾਂ ਨਾਲ ਧੱਕਾ ਹੋ ਰਿਹਾ, ਆਦੀਵਾਸੀਆਂ ਨਾਲ ਧੱਕਾ ਹੋ ਰਿਹਾ, ਤੇ ਉਹ ਇਹਨਾਂ ਕਾਰਨਾਂ ਕਰਕੇ ਹੋ ਰਿਹਾ ਜੋ ਭੀਮਰਾਓ ਅੰਬੇਦਕਰ ਸਾਹਿਬ ਕਹਿ ਕੇ ਗਏ ਆ ਸਾਨੂੰ ਸਾਰਿਆਂ ਨੂੰ। ਤੁਸੀਂ ਉਸ ਗੱਲ ਦੇ ਉੱਤੇ ਚੁੱਪ ਮੂੰਹ ਬਣਾ ਲੈਂਦੇ ਆ, ਬੋਲਦੇ ਨਹੀਂ ਹੈਗੇ। ਮੈਂ ਤੁਹਾਨੂੰ ਇਸੇ ਕਰਕੇ ਕਹਿਣਾ ਕਿ ਦੇਸ਼ ਦੇ ਅੰਦਰ ਜੋ ਹੋ ਰਿਹਾ, ਹਿੰਦੂ ਰਾਸ਼ਟਰ ਵੱਲ ਸਾਰੇ ਦੇਸ਼ ਨੂੰ ਲਿਜਾਇਆ ਜਾ ਰਿਹਾ, ਇਸ ਸੰਵਿਧਾਨ ਨੂੰ ਲੀਰੋ ਲੀਰ ਕੀਤਾ ਜਾਊਗਾ, ਇੰਨਾ ਲੇਟ ਹੋ ਜਾਓਗੇ ਕਿ ਫਿਰ ਤੁਸੀਂ ਕਹੋਗੇ ਕਿ ਹੁਣ ਅਸੀਂ ਕੀ ਕਰੀਏ। ਇਹ ਹਾਲਤ ਬਣਦੀ ਜਾ ਰਹੀ ਹੈ। ਚਲੋ ਹਾਂ ਕਮਲਜੀਤ, ਹੁਣ ਆਪਣੀ ਗੱਲ ਰੱਖੋ, ਲਾਸਟ ਪੁਆਇੰਟ ਹੈ ਕਮਲਜੀਤ। एक मिनट संगड़ा साहब आ रहे हैं, कमल जी लास्ट पॉइंट है, प्लीज बोलो। देखो मेरा आ रहे हैं संगड़ा साहब, आ रहे हैं संगड़ा साहब, एक मिनट। हां कमल जी, कि ਅਸੀਂ ਇੱਕ ਐਸੀ ਡਿਬੇਟ ਛੇੜੀਏ ਜਿਹਦੇ ਤੇ ਇਹਨਾਂ ਦੇ ਸਾਰੇ ਸਪੋਕਸਪਰਸਨ ਜਿਹੜੇ ਨੇ ਉਹ ਟੀਵੀ ਦਾ, ਮੀਡੀਆ ਦਾ ਅਟੈਂਸ਼ਨ ਜਿਹੜੀ ਹੈਗੀ ਹੈ ਕਿਸੇ ਦੂਜੇ ਪਾਸੇ ਲਾ ਸਕਣ। ਉਹ ਇਹ ਕਰ ਰਹੇ ਨੇ, ਨਾਲ ਦੀ ਨਾਲੇ ਮਾਹੌਲ ਉਸਾਰ ਰਹੇ ਨੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਮਾਹੌਲ ਕੱਲਾ ਇੱਥੇ ਨਹੀਂ ਉਸਾਰ ਰਹੇ। ਇਹ ਇੱਕ ਚਰਚਾ ਇਹ ਵੀ ਚੱਲ ਰਹੀ ਹੈ ਕਿ ਕੋਈ ਮੰਗ ਕਰ ਰਿਹਾ ਹੈ ਕਿ ਕ੍ਰਿਕਟ ਦੀਆਂ ਜਰਸੀਆਂ ਦੇ ਉੱਤੇ ਵੀ ਇੰਡੀਆ ਦੀ ਜਗ੍ਹਾ ਭਾਰਤ ਲਿਖਿਆ ਜਾਵੇ। ਇਹ ਮਾਹੌਲ ਉਸਾਰ ਰਹੇ ਨੇ। ਸੋ ਇਹਨਾਂ ਨੇ ਕੋਈ ਵੀ ਇਸ ਕਿਸਮ ਦੀ ਅਨਨੈਸੈਸਰੀ ਚੇਂਜ, ਇਸ ਕਿਸਮ ਦੀ ਬਿਲਕੁਲ ਬੇਲੋੜੀ ਤਬਦੀਲੀ ਜਿਹੜੀ ਹੈਗੀ ਆ ਉਹ ਆਉਣ ਵਾਲੇ ਦਿਨਾਂ 'ਚ ਕਰਨੀ ਹੈ ਤੇ ਉਸ ਨੂੰ ਪੇਸ਼ ਕਰਨਾ ਹੈ ਕਿ ਅਸੀਂ ਕੁਝ ਵੱਡੀ ਕ੍ਰਾਂਤੀ ਕਰ। ਤੁਸੀਂ ਇਹਨੂੰ ਬੇਲੋੜੀ ਤਬਦੀਲੀ ਕਹੀ ਜਾਂਦੇ ਹੋ, ਕਹਿੰਦੇ ਬੇਲੋੜੀ ਬਹਿਸ ਛੇੜੀ ਬੈਠੇ ਹੋ ਤੁਸੀਂ, ਕਰਨੀ ਹੈ ਉਹਦਾ ਮਾਹੌਲ ਤਿਆਰ ਕਰ ਰਹੇ ਨੇ। ਜੀ ਜੀ, ਤੁਸੀਂ ਇਹਨੂੰ ਬੇਲੋੜੀ ਤਬਦੀਲੀ ਕਹੀ ਨੇ, ਉਹ ਬੇਲੋੜੀ ਕਹਿੰਦੇ ਬਹਿਸ ਛੇੜੀ ਬੈਠੇ ਹੋ ਤੁਸੀਂ। ਨਹੀਂ, ਉਹਨਾਂ ਨੇ ਬੇਲੋੜੀ ਤਬਦੀਲੀ ਕੀਤੀ ਇਸ ਵਾਸਤੇ ਤਾਂ ਕਿ ਬੇਲੋੜੀਆਂ ਬਹਿਸਾਂ ਹੋ ਸਕਣ। ਹਾਂ, ਅਸੀਂ ਕਹਿੰਦੇ ਉਹ ਨਾ ਕਰਦੇ ਤਬਦੀਲੀ, ਮਤਲਬ ਬਿਲਕੁਲ ਉਹਨਾਂ ਨੇ ਪ੍ਰੋਟੋਕਾਲ ਵੀ ਭੰਗ ਕੀਤਾ। ਉਹਨਾਂ ਨੂੰ ਲਿਖਣਾ ਦੋਨੋਂ ਹੀ ਚਾਹੀਦਾ ਸੀ, ਉਹਨਾਂ ਨੂੰ ਲਿਖਣਾ ਚਾਹੀਦਾ ਸੀ ਦਾ ਪ੍ਰੈਜ਼ੀਡੈਂਟ ਆਫ ਇੰਡੀਆ ਤੇ ਭਾਰਤ ਕੇ ਰਾਸ਼ਟਰਪਤੀ, ਦੋਨੋਂ ਹੀ ਗੱਲਾਂ ਲਿਖੀਆਂ ਜਾਣੀ ਚਾਹੀਦੀਆਂ ਸੀ। ਕਿਉਂ ਨਹੀਂ ਲਿਖੀਆਂ ਗਈਆਂ?
ਔਰ ਇਹ ਕੋਈ ਪ੍ਰੋਟੋਕਾਲ ਮਰਜ਼ੀ ਨਾਲ ਚੱਲਦੇ ਨੇ, ਇਹ ਦੇਸ਼ ਨੂੰ ਚਲਾਉਣਾ ਹੀ ਮਰਜ਼ੀ ਨਾਲ ਚਾਹੁੰਦੇ ਨੇ, ਇਹੋ ਹੀ ਉਹਨਾਂ ਦਾ ਟਾਰਗੇਟ ਹੈ। ਤੇ ਮਰਜ਼ੀ ਜਿਹੜਾ ਸ਼ਬਦ ਹੈ ਇਹ ਬੜਾ ਡੇਂਜਰਸ ਹੈ, ਇਹ ਐਂਟੀ ਡੈਮੋਕ੍ਰੈਟਿਕ ਸ਼ਬਦ ਹੈ, ਇਹ ਜਮਹੂਰੀਅਤ ਵਿਰੋਧੀ ਸ਼ਬਦ ਹੈ ਮਰਜ਼ੀ। ਜੇ ਮਰਜ਼ੀ ਦੇ ਨਾਲ ਦੇਸ਼ ਚੱਲਣੇ ਸੀ ਤੇ ਫਿਰ ਰਾਜੇ ਰਜਵਾੜੇ ਮਾੜੇ ਸੀਗੇ ਜਿਨ੍ਹਾਂ ਨੂੰ ਸਿਰਾਂ ਤੋਂ ਲਾ ਕੇ ਥੱਲੇ ਸਿੱਟਿਆ। ਇਹ ਮਰਜ਼ੀ ਦੇ ਨਾਲ ਦੇਸ਼ ਥੋੜੀ ਚੱਲੇਗਾ। ਇਹ ਸੰਵਿਧਾਨ, ਇਹ ਇੱਥੇ ਦੇ ਕੋਈ ਨਿਯਮ ਕਾਨੂੰਨ, ਇਹ ਇੱਥੇ ਦੀ ਜਿਹੜੀ ਲੋਕਾਂ ਦੀ ਮਰਜ਼ੀ ਉਹਦੇ ਨਾਲ ਚੱਲੇਗਾ ਨਾ ਕਿ ਨਹੀਂ। ਕਮਲਜੀਤ ਇੱਕ ਸਵਾਲ, ਕਮਲਜੀਤ ਇੱਕ ਸਵਾਲ ਇਸ ਗੱਲ ਦੇ ਉੱਤੇ ਫੋਕਸ ਰੱਖਿਆ ਜਾਣਾ ਚਾਹੀਦਾ। ਕਮਲਜੀਤ ਇਹਨਾਂ ਨੂੰ ਸਪਸ਼ਟ ਕਰਨਾ ਚਾਹੀਦਾ ਕੀ ਕਰਨਾ ਚਾਹੁੰਦੇ ਨੇ, ਸਪੈਸ਼ਲ ਸੈਸ਼ਨ ਕਾਦੇ ਵਾਸਤੇ ਬੁਲਾਇਆ ਉਹਨੇ ਤੇ ਸਪਸ਼ਟ ਕਰਨਗੇ। ਚਲੋ ਠੀਕ ਹੈ। ਹਾਂ ਸੰਗੜਾ ਸਾਹਿਬ ਬੋਲੋ ਸਰ, ਲਾਸਟ ਪੁਆਇੰਟ ਪਲੀਜ਼। केपी सिंह जी, मैं लद्दर साहब बिच ना बोलियो हुण प्लीज। केपी सिंह जी, मैं दो कारण है जो कुछ ये कर रहे ने, ਉਹਦੇ ਇਮੀਡੀਏਟ ਕਾਰਨ ਬਣਿਆ ਇੰਡੀਆ ਸੰਗਠਨ ਜਿਹੜਾ ਸਾਰੇ ਬੁਲਾਰਿਆਂ ਨੇ ਪਹਿਲਾਂ ਦੱਸਿਆ ਆ ਕਿ ਕਿੱਦਾਂ ਭੈ ਭੀਤ ਹੋ ਕੇ ਇੰਡੀਆ ਨਾਮ ਹੀ ਕੱਟਣ ਚਲੇਗਾ। ਦੂਸਰਾ ਕਾਰਨ ਮੈਂ ਤੱਥਾਂ ਨਾਲ ਸਾਬਤ ਕਰਤਾ ਕਿ ਸੰਵਿਧਾਨ ਨੂੰ ਨਫ਼ਰਤ ਕਰਦੇ ਆ, ਬਾਰ-ਬਾਰ ਸੰਵਿਧਾਨ ਬਦਲ ਰਹੇ ਆ, ਸੰਵਿਧਾਨ ਨੂੰ ਅੱਗੇ ਬਦਲਣ ਦੀ ਵੀ ਤਿਆਰੀ ਆ। ਔਰ ਮੈਂ ਤੱਥਾਂ ਨਾਲ ਸਾਬਤ ਕਰ ਸਕਦਾ ਆ, ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਸਾਹਿਬ ਨੂੰ ਨਫ਼ਰਤ ਕਰਦੇ ਆ। ਮੈਂ ਤੱਥਾਂ ਨਾਲ ਸਾਬਤ ਕਰ ਸਕਦਾ ਦਲਿਤਾਂ ਨੂੰ ਨਫ਼ਰਤ ਕਰਦੇ ਆ। ਮੈਂ ਤੱਥਾਂ ਨਾਲ ਸਾਬਤ ਕਰ ਸਕਦਾ ਇੱਕ ਦਲਿਤ ਪਰਿਵਾਰ ਚ ਪੈਦਾ ਹੋ ਕੇ ਉੱਚ ਸਿੱਖਿਆ ਪ੍ਰਾਪਤ ਕਰਕੇ ਡਾਕਟਰ ਸਾਹਿਬ ਨੇ ਏਦਾਂ ਦਾ ਸੰਵਿਧਾਨ ਲਿਖਿਆ ਜਿਹਦੇ ਨਾਲ ਉਹ ਦੁਨੀਆ ਦਾ ਸਭ ਤੋਂ ਵੱਡਾ ਗਣਤੰਤਰ ਬਣ ਗਿਆ। ਇਹ ਸਾਬਤ ਕਰਨ ਦੀ ਲੋੜ ਹੀ ਨਹੀਂ ਹੈ, ਸਾਹਮਣੇ ਤੁਹਾਡੇ ਪਿਆ। ਆਰਐਸਐਸ ਵਾਲੇ ਨੇ ਕਿਸੇ ਨੇ ਇੰਡੀਆ ਤੇ ਕੋਈ ਚੰਗੀ ਬੁੱਕ ਵੀ ਨਹੀਂ ਲਿਖੀ, ਇਸ ਕਰਕੇ ਬਾਬਾ ਸਾਹਿਬ ਨੂੰ ਨਫ਼ਰਤ ਕਰਦੇ ਆ, ਦਲਿਤਾਂ ਨੂੰ ਨਫ਼ਰਤ ਕਰਦੇ ਆ, ਦਲਿਤਾਂ ਦੀਆਂ ਜੋ ਸਹੂਲਤਾਂ ਹੈਗੀਆਂ ਉਹਨਾਂ ਨੂੰ ਹਟਾਉਣਾ ਚਾਹੁੰਦੇ ਆ, ਇਤਿਹਾਸ ਨੂੰ ਮਿਟਾਉਣਾ ਚਾਹੁੰਦੇ ਆ। ਦਲਿਤਾਂ ਤੇ ਤਸ਼ੱਦਦ ਹੋ ਰਿਹਾ ਬੀਜੇਪੀ ਦੇ ਰਾਜ ਵਿੱਚ, ਗੱਦੀ ਖੁੱਸ ਰਹੀ ਆ, ਇਸ ਕਰਕੇ ਇੰਡੀਆ ਸੰਗਠਨ ਤੋਂ ਡਰੇ ਹੋਏ ਆ। ਠੀਕ ਹੈ। ਨੋਟਬੰਦੀ ਕੀਤੀ ਆ, ਦੂਸਰੀ ਵਾਰੀ ਨੋਟਬੰਦੀ ਕੀਤੀ ਆ, ਤੀਸਰੀ ਵਾਰੀ ਨੋਟਬੰਦੀ ਕਰਨ ਦੀ ਤਿਆਰੀ ਹੈ ਕਿਉਂਕਿ ਰਿਜ਼ਰਵ ਬੈਂਕ ਆਫ ਇੰਡੀਆ ਵਾਲਾ ਨੋਟ ਨਹੀਂ ਚੱਲੇਗਾ। ਠੀਕ ਹੈ ਸਰ। ਸੰਗੜਾ ਸਾਹਿਬ ਜਵਾਬ ਦੇਣਾ ਚਾਹੁੰਦੇ ਲੱਦੜ ਸਾਹਿਬ ਨੂੰ, ਆਪਾਂ ਲਾਸਟ ਪੁਆਇੰਟ ਲੈ ਲਈਏ। ਦੰਗੇ ਕਰਾਉਂਦੇ ਆ ਸਾਰੇ ਮੁਲਕ ਦੇ ਵਿੱਚ ਦੰਗੇ। ਚਲੋ ਆਪਾਂ ਲਾਸਟ ਪੁਆਇੰਟ ਲੈ ਲਈਏ, ਲਾਸਟ ਪੁਆਇੰਟ ਲੈ ਲਈਏ। ਲੱਦੜ ਸਾਹਿਬ ਬੋਲੋ, ਸੰਗੜਾ ਸਾਹਿਬ ਰੁਕ। ਠੀਕ ਹੈ ਸੰਗੜਾ ਸਾਹਿਬ ਰੁਕ ਜਾਓ। ਸੰਗੜਾ ਸਾਹਿਬ, ਲੱਦੜ ਸਾਹਿਬ ਸੰਗੜਾ ਸਾਹਿਬ ਸਿੱਧਾ ਕਹੀ ਜਾਂਦੇ ਜਿੰਨ ਤੇ ਤੁਸੀਂ ਪਹਿਲਾਂ ਵੀ ਗੁੱਸੇ ਹੋ ਗਏ ਸੀਗੇ। ਉਹ ਕਹਿੰਦੇ ਤੁਸੀਂ ਸੰਵਿਧਾਨ ਨਿਰਮਾਤਾ ਨੂੰ ਨਫ਼ਰਤ ਕਰਦੇ ਹੋ, ਸੰਵਿਧਾਨ ਨੂੰ ਨਫ਼ਰਤ ਕਰਦੇ ਹੋ, ਤਾਂ ਹੀ ਇਹ ਸਭ ਕੁਝ ਕਰ ਰਹੇ ਹੋ। ਲੱਦੜ ਸਾਹਿਬ, ਹੁਣ ਮੈਂ ਸੰਘੇੜਾ ਸਾਹਿਬ ਪੰਜਾਬ ਨੂੰ ਬਿਲੋਂਗ ਕਰਦੇ ਆ ਤੇ ਇਹਨਾਂ ਨੇ ਸਾਰੇ ਦਫ਼ਤਰਾਂ ਵਿੱਚ ਬਾਬਾ ਸਾਹਿਬ ਅੰਬੇਡਕਰ ਦੀ ਤੇ ਭਗਤ ਸਿੰਘ ਦੀ ਫੋਟੋ ਲਾਈ ਹੋਈ ਆ। ਹੁਣ ਵਿੱਚ ਨਾ ਬੋਲਣ ਸੰਘੇੜਾ ਸਾਹਿਬ ਤੇ ਮੈਂ ਇਹਨਾਂ ਦੀਆਂ ਕਰਤੂਤਾਂ ਦੱਸਦਾ ਆਮ ਆਦਮੀ ਪਾਰਟੀ ਦੀਆਂ। ਸਭ ਤੋਂ ਪਹਿਲਾਂ ਤਾਂ ਇਹਨਾਂ ਨੇ 158 ਅਫਸਰ ਰੱਖੇ, ਇੱਕ ਵੀ ਦਲਿਤ ਨਹੀਂ ਰੱਖਿਆ। 7 ਮੈਂਬਰ ਰਾਜ ਸਭਾ ਚ ਭੇਜੇ, ਇੱਕ ਵੀ ਦਲਿਤ ਨਹੀਂ ਭੇਜਿਆ। ਫਿਰ ਇਹਨਾਂ ਨੇ ਜਿਹੜੀ ਆਪਣਾ ਜੁਡੀਸ਼ੀਅਲ ਅਫਸਰਾਂ ਦੀ ਭਰਤੀ ਹੁੰਦੀ ਆ ਉਹਦੇ ਵਿੱਚ यूपीएससी ਵੀ ਕੰਡੀਸ਼ਨ ਨਹੀਂ ਲਾਉਂਦੀ ਕਿ ਰਿਟਨ ਚ 45% ਨੰਬਰ ਹੋਣਗੇ ਤਾਂ ਭਰਤੀ ਕਰਾਂਗੇ। ਪੰਜਾਬ ਸਰਕਾਰ ਨੇ ਲਾਈ ਹੋਈ ਆ ਜੇਕਰ 45% ਨੰਬਰ ਹੋਣਗੇ ਤਾਂ ਇੰਟਰਵਿਊ ਲਈ ਬੁਲਾਇਆ ਜਾਏਗਾ। ਪੀਏਯੂ ਦੀ ਸੰਸਥਾ ਹੈਗੀ ਆ, ਗੜਵਾਸੂ ਦੀ ਸੰਸਥਾ ਆ, ਉੱਥੇ 0 ਰਿਜ਼ਰਵੇਸ਼ਨ ਹੈ। 32% ਪਾਪੂਲੇਸ਼ਨ ਹੈ ਪੰਜਾਬ ਦੀ 2011 ਦੀ ਸੈਂਸਸ ਦੇ ਮੁਤਾਬਕ ਔਰ ਉਹਨਾਂ ਨੂੰ 25% ਰਿਜ਼ਰਵੇਸ਼ਨ ਮਿਲ ਰਹੀ ਹੈ। ਲੱਦੜ ਸਾਹਿਬ ਤੁਸੀਂ ਜਵਾਬ ਦਿੱਤਾ। ਲੱਦੜ ਸਾਹਿਬ ਤੁਸੀਂ ਜਵਾਬ ਤੁਸੀਂ ਜਵਾਬ ਦਿੱਤਾ ਸਰ। ਹੁਣ ਇੱਕ ਸਵਾਲ ਲੈ ਲਓ ਨਾ ਸਰ, ਆਪਣੇ ਸਰ ਤੁਸੀਂ ਜਵਾਬ ਦਿੱਤਾ ਨਾ ਸਰ, ਹੁਣ ਸਵਾਲ ਵੀ ਲੈ ਲਓ ਨਾ ਇੱਕ। ਲੱਦੜ ਸਾਹਿਬ ਪਲੀਜ਼ ਮੇਰੀ ਬੇਨਤੀ ਹੈ ਸਰ, ਮੇਰੀ ਬੇਨਤੀ ਹੈ ਲੱਦੜ ਸਾਹਿਬ, ਆਪਾਂ ਸਵਾਲ ਵੀ ਲੈ ਲਈਏ। ਲੱਦੜ ਸਾਹਿਬ, ਜੋ ਆਰਐਸਐਸ ਦੇ ਚੀਫ ਨੇ ਪਿਛਲੇ ਦਿਨਾਂ 'ਚ ਕਿਹਾ ਸੀਗਾ ਕਿ ਉਹਨਾਂ ਦੀ ਗੱਲ ਨੂੰ ਅੱਗੇ ਵਧਾਇਆ ਗਿਆ। ਕਿਹੜੀ ਗੱਲ? ਆਰਐਸਐਸ ਦੇ ਚੀਫ ਨੇ ਕਿਹਾ ਸੀ ਭਾਰਤ ਸ਼ਬਦ ਵਰਤੀਏ। ਦੇਖੋ ਭਾਰਤ ਨੂੰ ਨਫ਼ਰਤ ਕਿਉਂ, ਮੈਂ ਤਾਂ ਪਹਿਲਾਂ ਹੀ ਗਿਆ ਸਰ। ਮੈਂ ਤਾਂ ਇਹ ਪੁੱਛ ਰਿਹਾ ਉਹਨਾਂ ਦੀ ਗੱਲ ਨੂੰ ਅੱਗੇ ਵਧਾਇਆ ਗਿਆ ਸਰ ਜਾਂ ਨਹੀਂ? ਮੈਂ ਪੁੱਛ ਰਿਹਾ, ਭਾਰਤ ਸੰਵਿਧਾਨ ਦੇ ਵਿੱਚ ਲਿਖਿਆ ਹੋਇਆ ਸਾਡੇ ਦੇਸ਼ ਦਾ ਨਾਮ ਅਸਲੀ ਭਾਰਤ ਹੈ। ਇੰਡੀਆ ਦਾ ਅੰਗਰੇਜ਼ਾਂ ਨੇ ਦਿੱਤਾ। ਚਲੋ ਤੁਸੀਂ ਇਹ ਕਹਿ ਰਹੇ ਹੋ ਲੱਦੜ ਸਾਹਿਬ ਤੁਸੀਂ ਇਹ ਕਹਿ ਰਹੇ ਹੋ, ਲੱਦੜ ਸਾਹਿਬ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਭਾਰਤ ਸ਼ਬਦ ਨਾਲ ਨਫ਼ਰਤ ਕਰਦੇ ਆ, ਤੁਸੀਂ ਇੰਡੀਆ ਸ਼ਬਦ ਨਾਲ ਨਫ਼ਰਤ ਤਾਂ ਨਹੀਂ ਕਰਦੇ? ਨੋ ਨਾਟ ਐਟ ਆਲ, ਨਾਟ ਐਟ ਆਲ। ਚਲੋ ਫਿਰ ਤਾਂ ਬਾਕੀ ਡਿਬੇਟ ਸੀਗੀ। ਹਾਂ ਪ੍ਰਸਮਜੀਤ ਸਿੰਘ, ਲਾਸਟ ਮਿੰਟ। ਪ੍ਰਸਮਜੀਤ ਸਿੰਘ ਸਿਆਣੇ ਹੋ ਗਏ, ਕਿਉਂ ਗਲਤ ਗੱਲ? ਪ੍ਰਸਮਜੀਤ ਸਿੰਘ, ਜੇ ਨਫ਼ਰਤ ਬਦਲਿਆ ਕਿੱਥੇ ਆ? ਇਹ ਲੱਦੜ ਜੀ ਜਰਾ ਹੁਣ ਸੁਣ ਵੀ ਲਓ। ਜੇ ਤੁਹਾਨੂੰ ਕੋਈ ਇਹਦੇ ਵਿੱਚ ਵਿਤਕਰਾ ਨਹੀਂ ਤੇ ਅਚਾਨਕ ਜੇ ਕੋਈ ਠੂਆ ਵੱਢ ਗਿਆ ਸੀਗਾ ਕਿ ਤੁਹਾਨੂੰ ਇਹ ਬਦਲਣਾ ਪਿਆ, ਕੀ ਗੱਲ ਹੋਈ ਸੀਗੀ? ਔਰ ਤੁਸੀਂ ਆਪਣੇ ਬਦਲਿਆ ਨਹੀਂ ਹੈ ਦੋਨਾਂ ਜੋ ਕੋਈ ਵੀ ਬਦਲਿਆ ਜਾ ਸਕਦਾ। ਤੁਸੀਂ ਤੁਹਾਡੇ ਤੇ ਟਵਿੱਟਰ ਹੈਂਡਲ ਤੇ ਦੱਸ ਦਿੱਤਾ ਕੇਪੀ ਸਿੰਘ ਨੇ ਪ੍ਰੈਜ਼ੀਡੈਂਟ ਆਫ ਇੰਡੀਆ ਲਿਖਿਆ, ਪ੍ਰੈਜ਼ੀਡੈਂਟ ਆਫ ਭਾਰਤ ਪਹਿਲਾਂ ਬਦਲਦੇ ਨਾ, ਕਰਦੇ ਉੱਥੇ ਸਾਰੀ ਜਗ੍ਹਾ ਤਬਦੀਲੀਆਂ। ਮੈਂ ਕਹਿੰਦਾ ਪ੍ਰੈਜ਼ੀਡੈਂਟ ਆਫ ਭਾਰਤ ਲਿਖਣ ਨਾਲ ਇਤਰਾਜ਼ ਕੀ ਹੈ?
ਉਹ ਸਾਨੂੰ ਇਤਰਾਜ਼ ਕੋਈ ਨਹੀਂ ਹੈ, ਮੈਂ ਤਾਂ ਕਹਿੰਦਾ ਸਾਰਾ ਹੀ ਕਰ ਗੱਲ ਦਿਓ। ਖਤਮ ਹੈ ਨਹੀਂ ਗੱਲ ਖਤਮ ਨਹੀਂ ਹੈ, ਗੱਲ ਕਿਉਂ ਖਤਮ ਨਹੀਂ ਨਹੀਂ ਹੈ। ਖਤਮ? ਕਿਉਂ ਨਹੀਂ ਖਤਮ? ਤੁਸੀਂ ਤਿਰੰਗੇ ਨੂੰ ਭਗਵਾਂ ਕਰਕੇ ਛੱਡੋਗੇ, ਤੁਸੀਂ ਕੀ ਕਰਨਾ ਯਾਰ, ਜਦੋਂ time ਆਇਆ ਅਸੀਂ ਉਦੋਂ ਗੱਲ ਓਏ ਕਰਿਓ। ਕਰ ਰਹੇ ਹਾਂ, ਤੁਸੀਂ ਰੋਜ਼ ਕਰ ਰਹੇ ਆ, ਰੋਜ਼ ਕਰ ਰਹੇ ਆ ਦੇਸ਼ ਦੇ मैं ਵਿੱਚ। लास्ट क्वेश्चन लद्दर साहब फिर पूछ रहे लद्दर साहब लास्ट ਤੁਸੀਂ क्वेश्चन ਬਹੁਤ ਸਿਆਣੇ ਹੋ, ਪੜ੍ਹੇ ਲਿਖੇ ਹੋ, ਯੂਨੀਵਰਸਿਟੀ ਚ ਪੜ੍ਹਾ ਰਹੇ ਹੋ, ਜੇ ਤੁਸੀਂ ਫੈਕਟਸ ਤੋਂ ਬਿਨਾਂ ਗੱਲ ਕਰੋਗੇ लद्दर ਮੈਂ साहब ਨਹੀਂ ਮੰਨਾਂਗਾ। लद्दर ਕਿਹੜੀ साहब ਗੱਲ ਹੈ? फाइनल One nation, ਬਿਲਕੁਲ ਨਹੀਂ one- ਮੇਰੀ ਗੱਲ ਸੁਣੋ, one nation one election ਕੀ ਹੈ ਬਈ? ਇਹ ਤੇ ਤਾਜ਼ਾ ਹੈ, ਦੱਸੋ ਉਹਦਾ ਜਵਾਬ ਦਿਓ। ਤੁਸੀਂ ਦੱਸੋ 1947 ਤੋਂ ਲੈ ਕੇ 1967 ਤੱਕ ਕੀ ਵਨ ਇਲੈਕਸ਼ਨ ਨਹੀਂ ਸੀਗਾ? चलो भाई, एक वो मिनट तो लद्दर साहब शुरू हो गया लद्दर election, साहब साहब लद्दर साहब एक मिनट सर ਆਪਾਂ ਇਹ ਰੋਲਾ ਬਹੁਤ ਪਾਤਾ मतलब नाम ही गलत रख लिया आज ਤੁਸੀਂ ਆਪਣਾ ਭਟਕ ਕੇ ਗੱਲਾਂ ਕਰਦੇ ਹੋ ਇੱਕ ਮਿੰਟ ਲੱਦਰ ਸਾਹਿਬ ਡਿਬੇਟ ਸਮਾਪਤ ਕਰਨੀ। ਲੱਦਰ ਸਾਹਿਬ ਲਾਸਟ ਸਵਾਲ ਫਿਰ ਕਰ ਰਿਹਾ ਸਰ, ਜਿਹੜਾ ਸੈਸ਼ਨ ਆ ਰਿਹਾ ਉਹਦੇ ਏਜੰਡੇ ਵਿੱਚ ਭਾਰਤ ਨਾਮ ਦਾ ਕੋਈ ਸ਼ਬਦ ਵਾਲਾ ਬਿੱਲ ਤਾਂ ਨਹੀਂ ਹੈਗਾ ਸਰ? ਮੈਨੂੰ ਕੀ ਪਤਾ, ਮੈਂ ਕਿਹੜਾ ਇਹ ਪਾਰਲੀਮੈਂਟ ਦਾ ਪਾਰਟ ਹੈਗਾ ਆ। ਚਲੋ ਆਈ ਡੋਨਟ ਨੋ। ਚਲੋ ਠੀਕ ਹੈ ਲੱਦਰ ਸਾਹਿਬ, ਬਹੁਤ ਧੰਨਵਾਦ ਤੁਹਾਡਾ। ਕਮਲ ਜੀ ਤੁਹਾਡਾ ਬਹੁਤ ਧੰਨਵਾਦ। ਜਗਤਾਰ ਸਿੰਘ ਗੇੜਾ ਤੁਹਾਡਾ ਬਹੁਤ ਧੰਨਵਾਦ। ਪ੍ਰਸਮਜੀਤ ਸਿੰਘ ਤੁਹਾਡਾ ਬਹੁਤ ਧੰਨਵਾਦ। ਕਾਂਗਰਸ ਸਪੋਕਸਪਰਸਨ ਇਸ ਡਿਬੇਟ ਵਿੱਚ ਸ਼ਾਮਲ ਨਹੀਂ ਸੀ, ਉਹਨਾਂ ਦਾ ਵੀ ਧੰਨਵਾਦ। ਭਾਰਤ ਵਿੱਚ ਇੰਡੀਆ ਤੇ ਰੋਲਾ ਕਿਉਂ ਆ, ਇਹ ਡਿਬੇਟ ਤੁਹਾਨੂੰ ਸਮਝ ਆ ਗਿਆ ਹੋਊਗਾ ਕਿ ਰੋਲੇ ਵਾਲੀ ਡਿਬੇਟ ਚਾਹੁੰਦੇ ਆ ਸਾਰੇ, ਇਸੇ ਲਈ ਰੋਲਾ ਪਿਆ। ਬਹੁਤ ਧੰਨਵਾਦ।